ਸਿੱਖ ਧਰਮ ਦੇ ਵਿੱਚ ਅਣਗਿਣਤ ਐਸੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਅਸਹਿ ਅਤੇ ਅਕਹਿ ਕਸ਼ਟ ਸਹਾਰਦਿਆਂ ਜੁਰਤ ਭਰੇ ਅੰਦਾਜ਼ ਦੇ ਵਿੱਚ ਦਲੇਰਾਨਾ ਢੰਗ ਦੇ ਵਿੱਚ ਵਿਚਰਦਿਆਂ ਆਪਣਾ ਆਪਾ ਕੁਰਬਾਨ ਕੀਤਾ। ਪਰ ਪਿੱਛੋਂ ਜਿਨ੍ਹਾਂ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਸਾਂਭਣਾ ਸੀ, ਉਹਨਾਂ ਅਸੀਂ ਸਾਂਭਣ ਵਿੱਚ ਕਿਤੇ ਨਾ ਕਿਤੇ ਅਸਫਲ ਰਹੇ ਹਾਂ। ਸਮੇਂ-ਸਮੇਂ ਤੇ ਹੋਈਆਂ ਸ਼ਹੀਦੀਆਂ ਦੀ ਜੇ ਗੱਲ ਕਰੀਏ ਤਾਂ ਕੁਝ ਮਿਲਵਰਤਨੀਏ ਸਿੱਖ ਜਿਨ੍ਹਾਂ ਨੇ ਹੱਥੀਂ ਕਿਰਤ ਕਰਨੀ, ਹਲ ਵਾਹੁਣੇ, ਖੇਤੀ ਇਤਿਆਦਿਕ ਕਿੱਤੇ ਦੇ ਨਾਲ ਜੁੜੇ ਰਹਿਣਾ, ਪਰ ਜੇ ਕਿਤੇ ਜੂਝਣ ਦੀ ਜ਼ਰੂਰਤ ਪੈਂਦੀ ਤਾਂ ਇੱਕ ਆਮ ਕਿਰਤੀ ਸਿੱਖ ਨੂੰ ਵੀ ਜੇ ਹਕੂਮਤ ਵੱਲੋਂ ਫੜਿਆ ਜਾਣਾ ਤਾਂ ਅਨੇਕ ਤਸੀਹੇ ਦੇਣੇ, ਪਰ ਸਿੱਖ ਵੱਲੋਂ ਸਿੱਖੀ ਕਦੀ ਨਾ ਤਿਆਗਣੀ। ਅਜਿਹੇ ਹੀ ਇੱਕ ਨੌਜਵਾਨ ਦੀ ਵਾਰਤਾ ਆਪ ਨਾਲ ਸਾਂਝੀ ਕਰ ਰਹੇ ਹਾਂ ਜੋ 18ਵੀਂ ਸਦੀ ਦੇ ਵਿੱਚ ਦਿੱਲੀ ਤਖਤ ਤੇ ਬੈਠੇ ਬਾਦਸ਼ਾਹ ਫਰਖਸ਼ੀਅਰ ਦੇ ਹੁਕਮ ਨਾਲ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸ਼ਹੀਦ ਕੀਤੇ 740 ਸਿੰਘਾਂ ਦੇ ਵਿੱਚੋਂ ਪ੍ਰਮੁੱਖ ਸੀ। ਇਤਿਹਾਸ ਦੀ ਇੱਕ ਪ੍ਰਚਲਿਤ ਗਾਥਾ ਅਨੁਸਾਰ ਇਹ ਉਹੀ ਨੌਜਵਾਨ ਸੀ ਜਿਸ ਦੀ ਵਿਧਵਾ ਬੁੱਢੀ ਮਾਂ ਨੇ ਬਾਦਸ਼ਾਹ ਫਰਖਸ਼ੀਅਰ ਕੋਲ ਪਹੁੰਚ ਕੇ ਪੁੱਤਰ ਦੇ ਸਿੱਖ ਨਾ ਹੋਣ ਦਾ ਵਾਸਤਾ ਪਾ ਰਿਹਾਈ ਦਾ ਹੁਕਮ ਕਰਵਾ ਲਿਆ ਸੀ। ਪਰ ਐਨ ਮੌਕੇ ਦੇ ਉੱਤੇ ਪੁੱਤਰ ਨੇ ਉੱਚੀ ਕੂਕ ਕਿਹਾ ਸੀ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਦਾ ਸੱਚਾ ਸਿੱਖ ਹਾਂ। ਅਖੀਰ ਆਪਣੀ ਅੜੀ ਦੇ ਉੱਤੇ ਬਜੇਦ ਇਸ ਨੌਜਵਾਨ ਨੂੰ ਹਾਕਮ ਸਰਕਾਰ ਦੇ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਰਾਹੀਂ ਵੱਖ-ਵੱਖ ਇਤਿਹਾਸਿਕ ਸਰੋਤਾਂ ਹੋਰ ਹਵਾਲਿਆਂ ਦੇ ਨਾਲ ਸ਼ਹੀਦ ਭੀਮ ਸਿੰਘ ਦੇ ਪਰਿਵਾਰ, ਪਿੰਡ, ਪਿਛੋਕੜ ਅਤੇ ਸਿੰਘ ਸੱਜਣ ਦੇ ਬਾਰੇ ਦੇ ਨਾਲ ਹੀ ਸ਼ਹੀਦੀ ਪ੍ਰਸੰਗ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਜਿਸ ਤਰ੍ਹਾਂ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਸਾਰੀਆਂ ਮਹਾਨ ਕੁਰਬਾਨੀਆਂ ਦਾ ਵਰਣਨ ਮਿਲਦਾ ਵਾ, ਸ਼ਹੀਦਾਂ ਦੇ ਜੀਵਨ ਦਾ, ਔਰ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਉਚਾਰਦੇ ਹਾਂ, ਪੜ੍ਹਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਨੁਹਾਈਆਂ, ਚਰਖੜੀਆਂ ਦੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਆਪਣਾ ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਤੋਂ ਨਹੀਂ ਡੋਲੀ। ਇਸ ਤਰ੍ਹਾਂ ਸਾਡੇ ਇਤਿਹਾਸ ਦੇ ਵਿੱਚ ਲਿਖਤੀ ਰੂਪ ਦੇ ਵਿੱਚ, ਔਰ ਇਤਿਹਾਸ ਪ੍ਰੇਮੀ ਅਸੀਂ ਸਾਰੇ ਜਾਣਦੇ, ਕੁਝ ਪ੍ਰਮੁੱਖ ਸ਼ਹੀਦ ਨੇ ਜਿਹੜੇ ਉਹਨਾਂ ਦੇ ਜੀਵਨ ਬਾਰੇ ਅਸੀਂ ਭਲੀ ਭਾਂਤ ਜਾਣਦੇ ਹਾਂ। ਪਰ ਬਹੁਤ ਸਾਰੇ ਸਾਡੇ ਸਿੱਖ ਸ਼ਹੀਦ ਇਹੋ ਜਿਹੇ ਸ਼ਹੀਦ ਨੇ, ਸੈਂਕੜਿਆਂ ਦੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਜੰਗਾਂ, ਯੁੱਧਾਂ ਔਰ ਹੋਰ ਵੀ ਜਿਹੜੇ ਸਿੱਖ ਸੰਘਰਸ਼ ਦੇ ਵਿੱਚ, ਮੋਰਚਿਆਂ ਦੇ ਵਿੱਚ ਸ਼ਹੀਦ ਹੋਏ, ਸਾਕਿਆਂ ਦੇ ਵਿੱਚ ਸ਼ਹੀਦ ਹੋਏ, ਘੱਲੂਘਾਰਿਆਂ ਦੇ ਵਿੱਚ ਸ਼ਹੀਦ ਹੋਏ, ਉਹਨਾਂ ਦੀ ਅਸੀਂ ਗਿਣਤੀ ਤਾਂ ਜਾਣਦੇ ਹਾਂ ਕਿ ਇੱਥੇ ਕੁਝ ਸੈਂਕੜੇ ਸਿੰਘ ਸ਼ਹੀਦ ਹੋਏ, ਕੁਝ ਹਜ਼ਾਰ ਸਿੰਘ ਸ਼ਹੀਦ ਹੋਏ, ਪਰ ਬਹੁਤ ਸਾਰੇ ਅਜਿਹੇ ਇਤਿਹਾਸ ਦੇ ਪਾਤਰ ਨੇ, ਗੁੰਮਨਾਮ ਸ਼ਹੀਦ ਨੇ, ਜਿਨ੍ਹਾਂ ਦੇ ਜੀਵਨ ਬਾਰੇ, ਜਿਨ੍ਹਾਂ ਦੇ ਘਰ ਪਰਿਵਾਰ ਬਾਰੇ ਅਸੀਂ ਉਹਨਾਂ ਦੇ ਪਰਿਵਾਰਾਂ ਬਾਰੇ, ਘਰ ਬਾਰੇ, ਜੀਵਨ ਬਾਰੇ, ਨਾਮ ਬਾਰੇ ਨਹੀਂ ਜਾਣਦੇ। ਇਸ ਤਰ੍ਹਾਂ ਬਹੁਤ ਸਾਰੇ ਅਜਿਹੇ ਜਿਹੜੇ ਆ ਗੁੰਮਨਾਮ ਇਤਿਹਾਸ ਦੇ ਪਾਤਰ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਅੱਜ ਜ਼ਿਕਰ ਕਰਨ ਜਾ ਰਹੇ ਹਾਂ। ਸ਼ਹੀਦ ਭੀਮ ਸਿੰਘ ਜੀ ਸੁਪਾਰੀਮਣ ਦੀ ਅਸੀਂ ਗੱਲ ਕਰ ਰਹੇ ਹਾਂ ਜੀ। ਇਹ ਉਹ ਘਟਨਾ ਹੈ, ਸਾਨੂੰ ਇਤਿਹਾਸ ਦੇ 18ਵੀਂ ਸਦੀ ਦੇ ਇਤਿਹਾਸ ਤੇ ਝਾਂਤੀ ਮਾਰਨੀ ਪਊਗੀ। ਔਰ ਇਸ ਸ਼ਹੀਦ ਬਾਰੇ, ਜਿਸ ਸ਼ਹੀਦ ਬਾਰੇ ਅਸੀਂ ਗੱਲ ਕਰ ਰਹੇ ਹਾਂ, ਪੰਥ ਦੀਆਂ ਮਹਾਨ ਸਟੇਜਾਂ ਦੇ ਉੱਪਰ ਸਾਡੇ ਸਿੱਖ ਵਿਦਵਾਨ, ਪ੍ਰਚਾਰਕ ਇਹ ਬਹੁਤ ਵੱਡੀ ਇੱਕ ਸਾਖੀ ਜਿਹੜੀ ਆ ਸ਼ਹੀਦ ਦੀ ਇਹ ਗੱਲ ਕਰਦੇ ਨੇ। ਸੋਹਣ ਸਿੰਘ ਸੀਤਲ ਜੀ ਇੱਥੇ ਆਉਂਦੇ ਰਹੇ ਨੇ ਨਗਰ 'ਚ ਜਦੋਂ ਬਜ਼ੁਰਗੀ 'ਚ ਸਨ। ਮੋਹਨ ਸਿੰਘ ਜੀ ਘਰਿਆਲਾ ਤੇ ਹੋਰ ਬਹੁਤ ਸਾਰੇ ਵਿਦਵਾਨ ਜਿਹੜੇ ਜ਼ਿਕਰ ਕਰਦੇ ਹੁੰਦੇ ਸਨ ਕਿ ਚੜ੍ਹਦੇ ਵੱਲ ਮਜੀਠੇ ਵਾਲੇ ਇੱਕ ਕਿਲ੍ਹਾ ਸੀ। ਉਹ ਕਿਲ੍ਹਾ ਸਿਰਫ ਸਾਡੇ ਨਗਰ ਵਿੱਚ, ਸਾਡੇ ਨਗਰ ਦਾ ਹੀ ਆ, ਜਿੱਥੋਂ ਦੇ ਭਾਈ ਭੀਮ ਸਿੰਘ ਸ਼ਹੀਦ ਹੋਏ ਨੇ। ਸਮੇਂ-ਸਮੇਂ ਦੇ ਸਟੇਜਾਂ ਤੋਂ ਇਤਿਹਾਸਕਾਰ, ਪ੍ਰਚਾਰਕ ਇਹ ਦੱਸਦੇ ਨੇ ਵੀ ਨਗਰ ਮਜੀਠੇ, ਸ਼ਹਿਰ ਮਜੀਠੇ ਤੋਂ 2 ਕਿਲੋਮੀਟਰ ਚੜ੍ਹਦੇ ਵੱਲ ਕਿਲ੍ਹਾ ਵਾ, ਇੱਥੋਂ ਦੇ ਭਾਈ ਭੀਮ ਸਿੰਘ ਹੋਏ ਸਾਡੇ ਨਗਰ ਦੇ। ਸਾਨੂੰ ਬੜਾ ਫਖਰ ਤੇ ਮਾਣ ਹੈ। ਜਿਸ ਭੀਮ ਸਿੰਘ ਦੀ ਗੱਲ ਚੱਲ ਰਹੀ ਹੈ ਉਹਦੇ ਬਾਰੇ ਸਾਡੇ ਪਿੰਡ ਦੇ ਪ੍ਰਸਿੱਧ ਇੱਥੋਂ ਦੇ ਹਰਭਜਨ ਸਿੰਘ ਕਾਲਿਆਂ ਵਾਲੇ ਉਹ ਵੀ ਦੱਸਦੇ ਹੁੰਦੇ ਸੀ, ਸਾਡੇ ਬਜ਼ੁਰਗਾਂ ਤੋਂ ਹੀ ਸੁਣਦੇ ਆ ਰਹੇ ਪਿਛੇ ਤੋਂ, ਸ਼ੁਰੂ ਤੋਂ ਹੀ, ਕਿ ਉਹ ਭੀਮ ਸਿੰਘ ਸਾਡੇ ਪਿੰਡ ਦਾ ਸੀ। ਕਿ ਬਾਦਸ਼ਾਹ ਫਰਖਸ਼ੀਅਰ ਦੇ ਵੇਲੇ ਬੰਦਾ ਸਿੰਘ ਬਹਾਦਰ ਦੇ 740 ਸਿੰਘਾਂ ਦੇ ਨਾਲ ਇੱਕ ਨੌਜਵਾਨ ਸ਼ਹੀਦ ਕੀਤਾ ਗਿਆ ਸੀ, ਔਰ ਜਿਸ ਦੀ ਮਾਤਾ ਜਿਹੜੀ ਆ ਬਾਦਸ਼ਾਹ ਫਰਖਸ਼ੀਅਰ ਕੋਲ ਰਿਹਾਈ ਦੇ ਆਰਡਰ ਲੈਣ ਲਈ, ਰਿਹਾਈ ਦੀ ਬੇਨਤੀ ਕਰਨ ਲਈ ਉੱਥੇ ਪਹੁੰਚੀ ਸੀ, ਔਰ ਉਸਦੇ ਪੁੱਤਰ ਨੂੰ ਰਿਹਾ ਕਰਨ ਲਈ ਉਹਦੀ ਮਾਤਾ ਦੀ ਗੱਲ ਨੂੰ ਪ੍ਰਵਾਨ ਕਰ ਲਿਆ ਗਿਆ ਸੀ। ਪਰ ਉਸ ਦਾ ਪੁੱਤਰ ਜਿਹੜਾ ਸੀ, ਨੌਜਵਾਨ ਪੁੱਤਰ, ਇਸ ਗੱਲ ਤੋਂ ਇਨਕਾਰੀ ਹੋ ਗਿਆ ਸੀ।
मैं सिख हाँ और मेरी माता जिहड़ी आ झूठ बोलदी आ, और उस दी माता जिहड़ी आ उसने ये गल कही सी कि मेरा पुत्र जिहड़ा वा हिंदू आ, सिख नहीं आ। इस तरह वो नौजवान ये पंथ की बहुत साडी सिख कौम दे विच महान शहीदी आ, जिहड़ा बड़ी दृढ़ता अडोलता दे नाल शहीदी जिहड़ी प्राप्त कर गया सी। सो वो शहीद जिहड़ा वा वो इतिहास का गुमनाम पात्र आ, जिहदा शहीदी का वर्णन जिहड़ा 18वीं सदी के बहुत सारे फारसी स्रोत कर रहे ने शहीदी की घटना बारे, पर उसके घर बारे परिवार बारे वो कित्थों दा रहण वाला सी, वो कित्थों दा जंमपल सी, ਉਹਦੇ बारे इतिहास दे विच कोई बहुता वर्णन नहीं मिलता। सीने बसीने पिंड दे बजुर्गां दे बयानां तो आन के इत्थे जिन्ने भी सुनते हैं, आन के ते साडे वड्डे भी जिन्ने सुनते आउंदे इत्थों दा भीम सो हिंदू परिवार विचों सी तो सिख बनिया सी, इत्थे आण के नाल ही शहीद होया जाके उत्थे, ते बाकी सारा पिंड मुसलमान दा सी। ਭੀਮ ਸਿੰਘ ਤੇ ਸਾਡੇ ਨਗਰ ਵਿੱਚ ਸਾਡੀਆਂ ਜ਼ਮੀਨਾਂ 'ਚ ਉਹਨਾਂ ਦੇ ਵੱਡਿਆਂ ਦਾ ਵਡੇਰਿਆਂ ਦਾ ਖੂਹ ਸਥਿਤ ਤੇ ਇੱਥੇ ਹਿੰਦੂਆਂ ਦੇ ਘਰ ਰਹਿੰਦੇ ਸਨ ਕਿਲੇ ਦੇ ਪਿੰਡ ਸਪਾਰੀ ਮਿੰਟ ਤੇ ਖੂਹ ਬਾਹਮਣਾ ਵਾਲਾ ਹੀ ਵੱਜਦਾ ਹੈਗਾ। ਖੂਹ ਦਾ ਪਾਣੀ ਵੇਖੋ ਜੀ, ਮੈਂ ਲਾਉਂਦਾ ਰਿਹਾ ਤੇ ਆਪਣਾ ਬੋਲਦ ਜੋਈਦੇ ਸੀ ਉਦੋਂ। ਹਾਂ, ਟਿੰਡਾ ਟੰਡਾ ਹੁੰਦੀਆਂ ਸੀ ਉਦੋਂ। ਅਸੀਂ ਸਾਡੇ ਬਜ਼ੁਰਗ ਜਿਹੜੇ ਨੇ ਉਹ ਜੱਦੀ ਪੁਸ਼ਤੀ ਇੱਥੋਂ ਦੇ ਰਹਿਣ ਵਾਲੇ ਆ। ਜਦੋਂ ਪੁਰਾਣੀਆਂ ਕਹਾਣੀਆਂ ਬਜ਼ੁਰਗਾਂ ਕੋਲ ਅਸੀਂ ਸੁਣਦੇ ਰਹੇ ਆ ਤੇ ਉਹ ਬਜ਼ੁਰਗ ਇਸ ਗੱਲ ਦਾ ਫਤਵਾ ਦਿੰਦੇ ਰਹੇ ਆ ਸਾਨੂੰ ਕਿ ਸਾਡੇ ਪਿੰਡ ਦੇ ਇੱਕ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਆ। ਸਾਨੂੰ ਉਸ ਵੇਲੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀਗਾ ਹੁੰਦਾ। ਨਗਰ ਦੇ ਵਿੱਚ ਗੱਲ ਚੱਲਦੀ ਆਈ ਕਿ ਉਹ ਭੀਮ ਸਿੰਘ ਇਹ ਜਿਹੜਾ ਨੌਜਵਾਨ ਸੀ ਜਿਹੜਾ ਦਿੱਲੀ ਵਿਖੇ ਬਾਦਸ਼ਾਹ ਫਰੈਕਚਰ ਵੇਲੇ ਸ਼ਹੀਦ ਹੋਇਆ ਸੀ ਔਰ ਜਿਹਦੀ ਮਾਤਾ ਜਿਹੜੀ ਆ ਰਿਹਾਈ ਦਾ ਪਰਵਾਨਾ ਲੈ ਕੇ ਉੱਤੇ ਪਹੁੰਚੀ ਸੀ। ਇਹ ਜਿਹੜਾ ਵਾ ਪਿੰਡ ਸੁਪਾਰੀਵਿੰਡ ਤਹਿਸੀਲ ਮਜੀਠਾ ਮਾਝੇ ਦਾ ਪਿੰਡ ਸੁਪਾਰੀਵਿੰਡ ਦਾ ਵਸਨੀਕ ਸੀ, ਜਿਹਦੇ ਜੀਵਨ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ। ਔਰ ਇਸ ਤਰੀਕੇ ਨਾਲ ਜੇ ਅਸੀਂ ਇਹਦੇ ਜੀਵਨ ਤੇ ਗੱਲ ਕਰੀਏ ਤੇ ਸਾਨੂੰ ਇਸ ਸ਼ਹੀਦ ਦੇ ਬਾਰੇ ਅਸੀਂ ਅੱਜ ਤੱਥਾਂ ਦੇ ਆਧਾਰ ਤੇ ਇਤਿਹਾਸ ਨੂੰ ਫਰੋਲ ਕਰਕੇ ਜਿਹੜਾ ਵਾ ਵੱਖ-ਵੱਖ ਵਿਦਵਾਨਾਂ ਨੂੰ ਵਾਂਚਣ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਿਹੜਾ ਸ਼ਹੀਦ ਆ ਉਹਦੇ ਜੀਵਨ ਤੇ ਜਿਹੜੀ ਅਸੀਂ ਗੱਲ ਕਰਨੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ। ਸੋ ਇਸ ਸ਼ਹੀਦ ਦੇ ਜੇ ਅਸੀਂ ਜੀਵਨ ਬਾਰੇ ਗੱਲ ਕਰੀਏ ਤੇ ਸਾਨੂੰ 18ਵੀਂ ਸਦੀ ਦੇ ਜਿਹੜੇ ਆ ਇਤਿਹਾਸ ਦੇ ਉੱਪਰ ਝਾਤੀ ਮਾਰਨੀ ਪਊਗੀ ਕਿ ਜਦੋਂ ਬਾਦਸ਼ਾਹ ਫਰੈਕਚਰ ਦੇ ਆਰਡਰ ਦੇ ਨਾਲ ਹੁਕਮ ਦੇ ਨਾਲ ਲਾਹੌਰ ਦੇ ਸੂਬੇਦਾਰ ਅਬਦਸ ਸਮੁੰਦ ਖਾਨ ਦੀ ਕਮਾਂਡ ਦੇ ਹੇਠ ਬੰਦਾ ਸਿੰਘ ਬਹਾਦਰ ਨੂੰ 7 ਦਸੰਬਰ 1715 ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਜੀ। ਔਰ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੂੰ ਜਲੂਸ ਦੀ ਸ਼ਕਲ ਦੇ ਵਿੱਚ ਲਾਹੌਰ ਕੁਝ ਸਮੇਂ ਲਈ ਕੈਦ ਕੀਤਾ ਜਾਂਦਾ ਔਰ ਉਸ ਤੋਂ ਉਪਰੰਤ ਅਬਦਸ ਸਮੁੰਦ ਖਾਨ ਜਿਹੜੇ ਇਸ ਗੱਲ ਲਈ ਕਾਹਲਾ ਕਿ ਮੈਂ ਸਿੱਖਾਂ ਦਾ ਬਾਗੀ ਆਗੂ ਜਿਹੜਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਕੀਤਾ, ਉਹ ਬਾਦਸ਼ਾਹ ਫਰੈਕਚਰ ਨੂੰ ਇਹ ਸੂਚਨਾ ਭੇਜਦਾ ਕਿ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਮੋੜਵੇਂ ਜਵਾਬ ਦੇ ਵਿੱਚ ਬਾਦਸ਼ਾਹ ਫਰੈਕਚਰ ਵੱਲੋਂ ਕਿਹਾ ਜਾਂਦਾ ਕਿ ਅਬਦਸ ਸਮੁੰਦ ਖਾਨ ਜਿਹੜਾ ਵਾ ਉਹ ਖੁਦ ਬਾਗੀ ਸਿੱਖਾਂ ਨੂੰ ਤੇ ਬੰਦਾ ਸਿੰਘ ਬਹਾਦਰ ਨੂੰ ਨਾਲ ਲੈਣ ਦੀ ਬਜਾਏ ਆਪਣੇ ਹੋਰ ਕਿਸੇ ਅਹੁਦੇਦਾਰ ਨੂੰ ਭੇਜੇ ਤੇ ਆਪ ਜਿਹੜਾ ਲਾਹੌਰ ਦਾ ਪ੍ਰਸ਼ਾਸਨਿਕ ਪ੍ਰਬੰਧ ਸਾਂਭੇ ਤਾਂ ਕਿ ਮਗਰੋਂ ਕੋਈ ਬਗਾਵਤ ਖੜੀ ਨਾ ਹੋ ਸਕੇ। ਸੋ ਇਸ ਸਮੇਂ ਜਿਹੜੇ ਸਿੰਘ ਗ੍ਰਿਫਤਾਰ ਕੀਤੇ ਗਏ ਸੀ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ, ਗੁਰਦਾਸ ਨੰਗਲ ਦੀ ਗੜੀ ਨੂੰ ਕੱਚੀ ਗੜੀ ਨੂੰ ਘੇਰਾ ਪਾਇਆ। ਬੰਦਾ ਸਿੰਘ ਬਹਾਦਰ ਸਮੇਤ ਸਿੰਘਾਂ ਨੂੰ ਫੜ ਕੇ ਜਦੋਂ ਗੱਡਿਆਂ ਦੇ ਲੱਦ ਕੇ ਦਿੱਲੀ ਨੂੰ ਲਿਜਾ ਰਹੇ ਸਨ ਤੇ ਸਾਡੇ ਕਿਲਾ ਸੁਪਾਰੀਵਿੰਡ ਦੇ ਨੌਜਵਾਨ ਲੜਕੇ ਸਨ, ਉਹਨਾਂ ਅਮਰ ਛਕ ਕੇ ਸਿੰਘ ਸੱਜ ਗਏ ਸਨ। ਉਹਨਾਂ ਨੂੰ ਵੀ ਫੜ ਕੇ ਸਿੰਘਾਂ ਦੀ ਗਿਣਤੀ ਵਧਾਉਣ ਲਈ ਜਿਹੜਾ ਵੀ ਰਸਤੇ 'ਚ ਕੋਈ ਬੰਦਾ ਨੌਜਵਾਨ ਮਿਲਿਆ ਕੇਸਾਂਧਾਰੀ ਜਿਨ੍ਹਾਂ ਕੇਸ ਰੱਖੇ ਸਨ ਉਹਨਾਂ ਨੂੰ ਫੜ ਕੇ ਲੈ ਗਏ। ਉਹਦੇ ਵਿੱਚੋਂ ਕੁਝ ਸਿੰਘ ਮੌਕੇ ਤੇ ਕਤਲ ਕੀਤੇ ਜਾਂਦੇ ਆ ਜੀ। ਉਹਦੇ 200-250 ਦੇ ਲਗਭਗ ਕਰੀਬ ਜਿਹੜੇ ਸਿੱਖ ਜਿੰਦਾ ਸਿੱਖ ਪਕੜ ਲਏ ਜਾਂਦੇ ਆ ਔਰ ਉਸ ਵੇਲੇ ਉਹ ਅਬਦਸ ਸਮੁੰਦ ਖਾਨ ਲਾਹੌਰ ਦਾ ਸੂਬੇਦਾਰ ਆਪਣੇ ਪੁੱਤਰ ਜ਼ਕਰੀਆ ਖਾਨ ਦੀ
ਡਿਊਟੀ ਨਿਯੁਕਤ ਕਰਦਾ ਔਰ ਇਹਨਾਂ ਨੂੰ ਜਲੂਸ ਦੇ ਰਾਹੀਂ ਦਿੱਲੀ ਪਹੁੰਚਾਉਣ ਦਾ ਜਿਹੜਾ ਪ੍ਰਬੰਧ ਕਰ ਲਿਆ ਜਾਂਦਾ। ਪਰ ਜਦੋਂ ਇਹ ਜਲੂਸ ਤੁਰਨ ਵਾਲਾ ਸੀ ਉਸ ਵੇਲੇ ਜ਼ਕਰੀਆ ਖਾਨ ਦੇ ਮਨ ਦੇ ਵਿੱਚ ਇਹ ਆਉਂਦੀ ਔਰ ਅਬਦੁਲ ਸਮੁੰਦ ਖਾਨ ਕਿ ਬਾਦਸ਼ਾਹ ਫਰੈਕਚਰ ਸਾਨੂੰ ਸ਼ਾਬਾਸ਼ ਦੇਣ ਦੀ ਬਜਾਏ ਝਿੜਕੇਗਾ ਕਿ ਇੰਨਾ ਲੰਬਾ ਘੇਰਾ 7 ਮਹੀਨੇ ਲਗਭਗ 23 ਦਿਨ 8 ਮਹੀਨੇ ਦੇ ਲਗਭਗ ਜਿਹੜਾ ਘੇਰਾ ਸੀ ਔਰ ਇੰਨਾ ਸਮਾਂ ਜਿਹੜਾ ਜਾਨੀ ਮਾਲੀ ਨੁਕਸਾਨ ਹੋਇਆ, ਬਹੁਤ ਘੱਟ ਜਿਹੜੇ ਸਿੱਖ ਫੜ ਕੇ ਲਿਆਂਦੇ ਆ। ਸੋ ਉਸ ਵੇਲੇ ਨਜਾਇਜ਼ ਤੌਰ ਤੇ ਪਿੰਡਾਂ ਦੇ ਵਿੱਚ ਜਿਹੜਾ ਵਾ ਕਤਲੇਆਮ ਸ਼ੁਰੂ ਕੀਤਾ ਜਾਂਦਾ ਔਰ ਪਿੰਡਾਂ ਦੇ ਵਿੱਚ ਮਾਝੇ ਦੇ ਲਾਹੌਰ ਦੇ ਇਰਦ ਗਿਰਦ ਬਹੁਤ ਸਾਰੇ ਪਿੰਡਾਂ ਤੋਂ ਜਿਹੜੇ ਆ ਜੀ ਨੌਜਵਾਨ ਜਿਹੜੇ ਆ ਉਹਨਾਂ ਨੂੰ ਨਜਾਇਜ਼ ਤੌਰ ਤੇ ਜਿਹੜਾ ਚੁੱਕ ਲਿਆ ਜਾਂਦਾ ਔਰ ਬਹੁਤ ਸਾਰੇ ਸਿੰਘ ਜਿਹੜੇ ਆ ਉਹ ਕਤਲ ਕੀਤੇ ਜਾਂਦੇ ਆ। ਔਰ ਇਤਿਹਾਸਕ ਪ੍ਰਮਾਣ ਇਹ ਗੱਲ ਦਾ ਸਬੂਤ ਦਿੰਦੇ ਨੇ ਕਿ 700 ਗੱਡਾ ਜਿਹੜਾ ਸਿੰਘਾਂ ਦੇ ਸਿਰਾਂ ਦਾ ਭਰ ਕੇ ਉਹ ਦਿੱਲੀ ਨਾਲ ਜਲੂਸ ਦੇ ਵਿੱਚ ਖੜਿਆ ਗਿਆ। ਇਸ ਤੋਂ ਇਲਾਵਾ 2000 ਦੇ ਲਗਭਗ ਸਿੱਖ ਸਿੰਘ ਜਿਹੜੇ ਨੇ ਨੌਜਵਾਨ ਜਾਂ ਹੋਰ ਵੀ ਸਿੰਘ ਨੇ, ਉਹਨਾਂ ਦੇ ਸਿਰਾਂ ਨੂੰ ਨੇਜਿਆਂ ਦੇ ਉੱਪਰ ਟੰਗ ਕੇ ਘਾਹ ਫੂਸ ਭਰ ਕੇ ਉਹਦੇ ਵਿੱਚ ਉਹਨਾਂ ਦੇ ਕੇਸ ਜਿਹੜੇ ਆ ਖੁੱਲੇ ਛੱਡ ਕੇ ਔਰ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਜਿਹੜੇ ਆ ਪਕੜ ਕੇ ਨਜਾਇਜ਼ ਤੌਰ ਤੇ ਨਾਲ ਇਹ ਗੱਲ ਨੂੰ ਸ਼ੋਅ ਕੀਤਾ ਗਿਆ ਕਿ ਇਹ ਸਾਰੇ ਜਿਹੜੇ ਬਾਗੀ ਸਿੱਖ ਸੀ ਔਰ ਇਹਨਾਂ ਨੂੰ ਪਕੜ ਕੇ ਫਿਰ ਜਿਹੜਾ ਵਾ ਇਹ ਲਾਹੌਰ ਨੂੰ ਇਹ ਜਲੂਸ ਜਿਹੜਾ ਰਵਾਨਾ ਹੁੰਦਾ ਜੀ। ਔਰ ਇਹ ਜਦੋਂ ਨੌਜਵਾਨ ਜਿਹੜੇ ਸੀ ਘਰਾਂ ਦੇ ਵਿੱਚੋਂ ਚੁੱਕੇ ਜਾ ਰਹੇ ਸੀ ਉਸ ਵੇਲੇ ਜ਼ਕਰੀਆ ਖਾਨ ਦੀ ਕਮਾਂਡ ਦੇ ਹੇਠ ਮਾਝੇ ਦੇ ਇਸ ਪਿੰਡ ਸੁਪਾਰੀਵਿੰਡ, ਮਜੀਠਾ ਤਹਿਸੀਲ ਦਾ ਇਹ ਪਿੰਡ ਸੁਪਾਰੀਵਿੰਡ ਦੇ ਵਿੱਚ ਇੱਕ ਮੁਗਲ ਦਸਤਾ ਪਹੁੰਚਦਾ ਔਰ ਉਸ ਵੇਲੇ ਇੱਕ ਨੌਜਵਾਨ ਜਿਹੜਾ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀ ਪਰ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਧਾਰੀ ਸਿੰਘ ਸੱਜ ਚੁੱਕਾ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣ ਚੁੱਕਾ ਸੀ। ਉਸ ਨੌਜਵਾਨ ਦੀ ਉਸ ਦਿਨ ਸ਼ਾਦੀ ਹੋਈ ਸੀ ਔਰ ਉਹਦਾ ਡੋਲਾ ਜਿਹੜਾ ਪਿੰਡ ਪੁੱਜਣ ਵਾਲਾ ਸੀ। ਉਹਦੀ ਮਾਤਾ ਉਸ ਵੇਲੇ ਘਰ ਦੀਆਂ ਬਰੂਹਾਂ ਦੇ ਵਿੱਚ ਖੜ ਕੇ ਪਾਣੀ ਵਾਰਨ ਦੀ ਰਸਮ ਕਰਨ ਲਈ ਉੱਥੇ ਖਲੋਤੀ ਸੀ ਕਿ ਉਸ ਵੇਲੇ ਜਿਹੜਾ ਮੁਗਲ ਹਾਕਮ ਵੱਲੋਂ ਜਿਹੜਾ ਵਾ ਉਹਨਾਂ ਦਾ ਇੱਕ ਦਸਤਾ ਪੁੱਜਦਾ ਪਿੰਡ ਸਪਾਰੀਵਿੰਡ ਤੋਂ ਭੀਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਤੇ ਬਾਕੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਉਹ ਸਮੇਂ ਉਹਨੇ ਅੰਮ੍ਰਿਤ ਛਕ ਲਿਆ ਜਦੋਂ ਬਾਬੇ ਬੰਦੇ ਬਹਾਦਰ ਦੇ ਸਮੇਂ। ਤੇ ਜਦੋਂ ਦਿੱਲੀ ਫੜ ਕੇ ਖੜੇ ਗਏ ਉਦੋਂ ਉਹਦਾ ਤਾਜ਼ਾ ਵਿਆਹ ਹੋਇਆ ਸੀ ਤੇ ਵਿਆਹ ਹੋਏ ਤੋਂ ਬਾਅਦ ਅਜੇ ਘਰ ਨਹੀਂ ਆਇਆ ਤੇ ਉਹਨੂੰ ਜਦੋਂ ਮੁਗਲਾਂ ਨੇ ਫੜ ਲਿਆ ਔਰ ਨਜਾਇਜ਼ ਤੌਰ ਕੇ ਇਹਨੂੰ ਜਿੰਦਾ ਸਿੰਘਾਂ ਦੇ ਵਿੱਚ ਬੰਨ ਲਿਆ ਜਾਂਦਾ ਔਰ ਇਹਦੀ ਜਿਹੜੇ 740 ਦੇ ਕਰੀਬ ਜਿੰਦਾ ਸਿੰਘ ਜਿਹੜੇ ਇਸ ਜਲੂਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ। 700 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਜਾਂਦਾ ਔਰ 2000 ਦੇ ਲਗਭਗ ਸਿੰਘਾਂ ਦੇ ਸਿਰ ਜਿਹੜੇ ਆ ਨੇਜਿਆਂ ਦੇ ਉੱਪਰ ਟੰਗ ਕੇ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਸਿੱਖਾਂ ਨੂੰ ਸਬਕ ਸਿਖਾਉਣ ਦੀ ਨੀਅਤ ਦੇ ਨਾਲ ਕਿ ਇਹ ਸਰਕਾਰ ਦੇ ਬਾਗੀ ਨੇ, ਉਹਨਾਂ ਨੂੰ ਜਲੂਸ ਦੇ ਰਾਹੀਂ ਜਿਹੜਾ ਵਾ ਦਿੱਲੀ ਨੂੰ ਰਵਾਨਾ ਕੀਤਾ ਜਾਂਦਾ ਜੀ। ਔਰ ਇਹ ਜਲੂਸ ਜਿਹੜਾ ਵਾ 27 ਫਰਵਰੀ 1716 ਨੂੰ ਜਿਹੜਾ ਵਾ 16 ਨੂੰ ਇਹ ਆਗਰਾਬਾਦ ਟਾਊਨ ਦਿੱਲੀ ਦੇ ਬਿਲਕੁਲ ਨਜ਼ਦੀਕ ਉੱਥੇ ਪਹੁੰਚ ਜਾਂਦਾ ਜੀ। ਔਰ ਫਿਰ 29 ਫਰਵਰੀ 1716 ਨੂੰ ਫਰੈਕਚਰ ਵੱਲੋਂ ਇਹ ਪ੍ਰਬੰਧ ਕੀਤਾ ਜਾਂਦਾ ਕਿ ਨਿਯੁਕਤ ਕੀਤਾ ਜਾਂਦਾ ਕਿ ਇਹਨਾਂ ਨੂੰ ਜਲੂਸ ਦੇ ਵਿੱਚ ਦਿੱਲੀ ਵਿੱਚ ਘੁਮਾਇਆ ਜਾਵੇ ਔਰ 29 ਫਰਵਰੀ 1716 ਨੂੰ ਇਹ ਸਾਰੇ ਸਿੰਘ ਜਿਹੜੇ ਆ 740 ਜਿੰਦਾ ਸਿੰਘ ਔਰ ਉਹਨਾਂ ਦੇ ਜਿਹੜੇ ਹੋਰ ਵੀ 700 ਗੱਡਾ ਸਿੰਘਾਂ ਦੇ ਸਿਰਾਂ ਦਾ ਤੇ ਹੋਰ ਸਿੰਘ ਜਿਹੜੇ ਆ ਨੇਜਿਆਂ ਦੇ ਉੱਪਰ ਜਿਨ੍ਹਾਂ ਦੇ ਸਿਰ ਟੰਗੇ ਜਾਂਦੇ, ਇਹਨਾਂ ਨੂੰ ਸਾਰਿਆਂ ਨੂੰ ਜਲੂਸ ਦੀ ਸ਼ਕਲ ਦੇ ਵਿੱਚ ਦਿੱਲੀ ਦੇ ਵਿੱਚ ਘੁਮਾਇਆ ਜਾਂਦਾ। ਔਰ ਉਸ ਵੇਲੇ ਦਾ ਜਿਹੜਾ ਅੱਖੀਂ ਡਿੱਠਾ ਹਾਲ ਆ ਜੀ, ਸਾਨੂੰ ਜਿਹੜੇ ਫਾਰਸੀ ਦੇ ਸਰੋਤ ਦੱਸਦੇ ਨੇ, ਪ੍ਰਮਾਣ ਦੱਸਦੇ ਨੇ, ਜਿਹੜੇ ਅਥੈਂਟਿਕ ਪ੍ਰੂਫ ਨੇ, ਜਿਹੜੇ ਵੱਖ-ਵੱਖ ਇਤਿਹਾਸਕਾਰਾਂ ਦੇ ਮੁਤਾਬਕ ਡਾਕਟਰ ਗੰਡਾ ਸਿੰਘ ਜੀ, ਕਰਮ ਸਿੰਘ ਹਿਸਟੋਰੀਅਨ, ਪ੍ਰਿੰਸੀਪਲ ਸਤਬੀਰ ਸਿੰਘ ਜੀ, ਗਿਆਨੀ ਪ੍ਰਤਾਪ ਸਿੰਘ ਜੀ ਜਥੇਦਾਰ ਸਾਹਿਬ, ਗਿਆਨੀ ਸੋਹਣ ਸਿੰਘ ਜੀ ਸੀਤਲ, ਹੋਰ ਵੀ ਜਿਹੜੇ ਇਤਿਹਾਸਕਾਰਾਂ ਨੂੰ ਵਾਚਣ ਤੋਂ ਬਾਅਦ ਜਾਂ ਉਹਨਾਂ ਨੇ ਜਿਹੜੇ ਉਸ ਵੇਲੇ ਦੇ ਅੱਖੀਂ ਡਿੱਠੇ ਹਾਲ ਜਿਹੜੇ ਫਾਰਸੀ ਸਰੋਤ ਨੇ, ਡਾਕਟਰ ਬਲਵੰਤ ਸਿੰਘ ਜੀ ਢਿੱਲੋਂ ਦੇ ਮੁਤਾਬਕ ਜਿਹੜੇ ਫਾਰਸੀ ਸਰੋਤ ਨੇ ਉਹ ਦੱਸਦੇ ਨੇ ਕਿ ਜਦੋਂ ਇਹ ਜਲੂਸ ਜਿਹੜਾ ਵਾ ਜਾ ਰਿਹਾ ਸੀ ਉਸ ਵੇਲੇ ਇਬਰਤਨਾਮਾ ਦਾ ਕਰਤਾ ਮਿਰਜ਼ਾ ਮੁਹੰਮਦ ਹਾਰਸ਼ੀ ਦੱਸਦਾ ਕਿ ਮੈਂ ਇੱਕ ਦਿਨ ਉੱਥੇ ਉਸ ਵੇਲੇ ਮੈਂ ਉੱਥੇ ਪਹੁੰਚਦਾ ਜਦੋਂ ਇਹ ਜਲੂਸ ਜਾ ਰਿਹਾ ਸੀ। ਲੂਣ ਮੰਡੀ ਤੋਂ ਲੈ ਕੇ ਕਿਲਾ ਮੁਬਾਰਕ ਤੱਕ ਉਹ ਜਲੂਸ ਦੇ ਨਾਲ ਗਿਆ
ਔਰ ਉਹਨੇ ਦੇਖਿਆ ਕਿ ਸਿੰਘ ਜਿਹੜੇ ਸਨ ਬੜੀ ਨਿਡਰਤਾ ਦੇ ਨਾਲ ਉਹਨਾਂ ਦੇ ਚਿਹਰਿਆਂ ਤੇ ਕੋਈ ਖੌਫ ਨਹੀਂ ਸੀ, ਕੋਈ ਡਰ ਨਹੀਂ ਸੀ, ਔਰ ਉਹ ਊਠਾਂ ਦੇ ਉੱਪਰ, ਗੱਡਿਆਂ ਦੇ ਉੱਪਰ, ਹਾਥੀਆਂ ਦੇ ਉੱਪਰ ਜਿਸ ਤਰ੍ਹਾਂ ਵੀ ਉਹਨਾਂ ਨੂੰ ਬਿਠਾਇਆ ਗਿਆ ਸੀ, ਉਹ ਆਪਣੇ ਗੁਰੂ ਦਾ ਬਾਣੀ ਉਚਾਰਨ ਕਰ ਰਹੇ ਸੀ ਔਰ ਬੜੀ ਖੁਸ਼ੀ ਦੇ ਨਾਲ, ਦ੍ਰਿੜਤਾ ਦੇ ਨਾਲ ਕੁਰਬਾਨ ਹੋਣ ਲਈ ਉਹਨਾਂ ਦੇ ਚਾਅ ਸੀ, ਉਹਨਾਂ ਦੇ ਵਿੱਚ ਮਨ ਦੇ ਵਿੱਚ ਕੋਈ ਡਰ ਨਹੀਂ ਸੀ। ਔਰ ਉਹ ਦੱਸਦਾ ਕਿ ਮੈਨੂੰ ਕੋਈ ਵੀ ਸਿੰਘ ਉਸ ਵੇਲੇ ਜਿਹੜਾ ਕੋਈ ਡਰ ਵਾਲਾ, ਸਹਿਮ ਵਾਲਾ ਸਿੰਘ ਨਹੀਂ ਮਿਲਿਆ। ਸਭ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਸੀ ਉਹ ਗੁਰੂ ਦੇ ਜਕਾਰੇ ਛੱਡਦੇ, ਗੁਰੂ ਦੀ ਬਾਣੀ ਪੜ੍ਹਦੇ ਜਾ ਰਹੇ ਸਨ। ਸੋ ਇਹ ਉਸ ਵੇਲੇ ਦਾ 18ਵੀਂ ਸਦੀ ਦਾ ਫਾਰਸੀ ਸਰੋਤ ਇਬਰਤਨਾਮੇ ਦਾ ਮਿਰਜ਼ਾ ਮੁਹੰਮਦ ਹਾਰਸ਼ੀ ਇਹ ਗੱਲ ਅੱਖੀਂ ਡਿੱਠਾ ਵਰਣਨ ਕਰਦਾ। ਇਸ ਤੋਂ ਬਾਅਦ ਜੀ ਇਹ ਫਿਰ ਫਰਕਸ਼ੀਅਰ ਵੱਲੋਂ ਇਹ ਸਾਰੇ ਸਿੰਘਾਂ ਨੂੰ ਉਹਨਾਂ ਦੇ ਨਾਲ ਜਿਹੜੇ ਕੁਝ ਚੋਣਵੇਂ ਸਿੰਘ ਸੀ, ਬੰਦਾ ਸਿੰਘ ਬਹਾਦਰ ਦੇ ਕੁਝ ਰਾਈਟ ਹੈਂਡ ਕਮਾਂਡ ਦੇ ਜਿਹੜੇ ਸਿੰਘ ਸਨ, ਕੁਝ ਸਿੰਘ ਸਰਦਾਰ, ਉਹਨਾਂ ਨੂੰ ਵੱਖਰਾ ਬੰਦੀ ਕਰ ਲਿਆ ਜਾਂਦਾ ਔਰ ਲਗਭਗ 699-700 ਦੇ ਲਗਭਗ ਜਿਹੜੇ ਸਿੰਘ ਆ ਉਹਨਾਂ ਨੂੰ ਵੱਖਰਾ ਕਰ ਲਿਆ ਜਾਂਦਾ। ਔਰ ਇਹਨਾਂ ਦੇ ਵਿੱਚੋਂ ਜਿਹੜੇ ਬੰਦਾ ਸਿੰਘ ਬਹਾਦਰ, ਉਹਨਾਂ ਦੇ ਪੁੱਤਰ ਦੇ ਸਮੇਤ, ਔਰ ਜਿਹੜੇ ਬਾਜ ਸਿੰਘ ਇਤ ਆਦਿਕ ਹੋਰ ਸਿੰਘ ਸਨ, ਉਹਨਾਂ ਨੂੰ ਵੱਖਰਾ ਕੁਝ ਸਮੇਂ ਲਈ ਜਿਹੜਾ ਕੈਦ ਦੇ ਵਿੱਚ ਰੱਖ ਲਿਆ ਜਾਂਦਾ। ਪਰ ਇਸ ਤੋਂ ਇਲਾਵਾ ਜਿਹੜੇ 700 ਸਿੰਘ ਨੇ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਵਿੱਚੋਂ ਉਹ ਬਾਦਸ਼ਾਹ ਫਰਕਸ਼ੀਅਰ ਜਿਹੜਾ ਆਪਣੇ ਕੋਤਵਾਲ ਸਰਬਰਾਹ ਖਾਨ ਨੂੰ ਇਹ ਕਮਾਂਡ ਦਿੰਦਾ, ਆਰਡਰ ਦਿੰਦਾ ਕਿ ਇਹਨਾਂ ਦੇ ਵਿੱਚੋਂ 100 ਸਿੰਘ ਕੱਢ ਕੇ ਇਹਨਾਂ ਨੂੰ ਕੋਤਵਾਲੀ ਦੇ ਵਿੱਚ, ਜਿੱਥੇ ਅੱਜ ਕੱਲ ਹਾਰਡਿੰਗ ਲਾਇਬ੍ਰੇਰੀ ਆ ਦਿੱਲੀ ਦੇ ਵਿੱਚ, ਉਹਦੇ ਸਾਹਮਣੇ ਕੋਤਵਾਲੀ ਦੇ ਉੱਥੇ ਖੜਿਆ ਜਾਵੇ। ਔਰ ਉਹ ਇਹ ਪਰਵਾਨਾ ਜਾਰੀ ਕਰਦਾ, ਇਹ ਹੁਕਮਨਾਮਾ ਜਾਰੀ ਕਰਦਾ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਦੀਨੇ ਇਸਲਾਮ ਕਬੂਲਣ ਦੀ ਜਿਹੜੀ ਤਾਕੀਦ ਕੀਤੀ ਜਾਵੇ। ਜੇ ਇਸਲਾਮ ਨੂੰ ਕਬੂਲ ਕਰ ਲੈਂਦੇ ਆ, ਇਹਨਾਂ ਨੂੰ ਇਨਾਮ ਦੇ ਕੇ ਇਹਨਾਂ ਨੂੰ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਵੇ, ਔਰ ਜਿਹੜੇ ਇਸਲਾਮ ਨੂੰ ਨਹੀਂ ਕਬੂਲ ਕਰਦੇ ਉਹਨਾਂ ਨੂੰ ਫਿਰ ਉੱਥੇ ਜਿਹੜਾ ਵਾ ਕੋਤਵਾਲ ਦੇ ਵਿੱਚ ਕਤਲ ਕੀਤਾ ਜਾਵੇ। ਇਹ ਬਾਦਸ਼ਾਹ ਫਰਕਸ਼ੀਅਰ ਵੱਲੋਂ ਉਸ ਵੇਲੇ ਦੇ ਕੋਤਵਾਲ ਸਰਬਰਾਹ ਖਾਨ ਨੂੰ ਜਿਹੜਾ ਫਰਮਾਨ ਜਾਰੀ ਹੁੰਦਾ। ਬਾਦਸ਼ਾਹ ਫਰਕਸ਼ੀਅਰ ਦੇ ਹੁਕਮ ਦੇ ਨਾਲ ਉਹ ਪਰਵਾਨਾ ਪੜ੍ਹਦਾ, 100 ਸਿੰਘਾਂ ਨੂੰ ਕਤਲਗਾਹ ਦੇ ਸਾਹਮਣੇ ਖੜਿਆ ਜਾਂਦਾ ਔਰ ਕਿਹਾ ਜਾਂਦਾ ਕਿ ਜਿਹੜਾ ਵੀ ਦੀਨੇ ਇਸਲਾਮ ਕਬੂਲ ਕਰੇ, ਇਸਲਾਮ ਦੇ ਵਿੱਚ ਆ ਜੇ, ਉਸ ਨੂੰ ਇਨਾਮ ਦਿੱਤੇ ਜਾਣਗੇ ਔਰ ਉਸ ਦੀ ਜਾਨ ਜਿਹੜੀ ਆ ਉਹ ਬਖਸ਼ ਦਿੱਤੀ ਜਾਏਗੀ। ਤੇ ਦਿੱਲੀ ਵਾਰੀ ਉਹ ਮਨਾਉਂਦੇ ਹੀ ਪੀਨ ਮੰਨ ਜਾਣ, ਜਿਹੜਾ ਇਹ ਨਹੀਂ ਮੰਨਦਾ ਉਹਨੂੰ ਸ਼ਹੀਦ ਕਰ ਦਿੰਦੇ ਸੀ। ਪਰ ਇਹਨਾਂ ਦੇ ਵਿੱਚੋਂ ਕੋਈ ਵੀ ਸਿੰਘ ਜਿਹੜਾ ਵਾ, ਔਰ ਜਿਹੜਾ ਸਿੰਘ ਦੀਨੇ ਇਸਲਾਮ ਨਹੀਂ ਕਬੂਲ ਕਰਦਾ ਉਹਨੂੰ ਕਤਲ ਕਰ ਦਿੱਤਾ ਜਾਏਗਾ। ਉਸੇ ਵੇਲੇ ਜਿਹੜੇ ਸਾਰੇ ਸਿੰਘ ਜਿਹੜੇ ਆ ਉਹਨਾਂ ਦੇ ਵਿੱਚੋਂ ਕੋਈ ਵੀ ਸਿੰਘ ਜਿਹੜਾ ਇਹ ਪਰਵਾਨੇ ਨੂੰ ਕਬੂਲ ਨਹੀਂ ਕਰਦਾ, ਇਸ ਹੁਕਮਨਾਮੇ ਨੂੰ ਕਬੂਲ ਨਹੀਂ ਕਰਦਾ, ਔਰ ਬੜੀ ਚੜ੍ਹਦੀ ਕਲਾ ਨਾਲ, ਬੇਸਬਰੀ ਨਾਲ ਇਹ ਉਡੀਕ ਕਰਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੀ ਖਾਤਰ ਆਪਣਾ ਤਨ ਮਨ ਜਿਹੜਾ ਕੁਰਬਾਨ ਕਰ ਦਾਂਗੇ ਔਰ ਕਿਸੇ ਡਰ ਦੇ ਵਿੱਚ ਨਹੀਂ ਆਉਂਦੇ। ਫਿਰ ਇਹਨਾਂ 100 ਸਿੰਘਾਂ ਨੂੰ ਜਿਹੜਾ ਵਾ 5 ਮਾਰਚ 1716 ਨੂੰ ਇਹ ਪਹਿਲੇ ਦਿਨ 100 ਸਿੰਘ ਕਤਲ ਕੀਤਾ ਜਾਂਦਾ। ਔਰ ਇਸ ਤੋਂ ਬਾਅਦ ਸਾਡੇ ਇਤਿਹਾਸਕ ਪ੍ਰਮਾਣ ਦੱਸਦੇ ਨੇ ਕਿ ਸਰਬਰਾਹ ਖਾਨ ਅਗਲੇ ਦਿਨ ਬਾਦਸ਼ਾਹ ਫਰਕਸ਼ੀਅਰ ਕੋਲ ਪੇਸ਼ ਹੁੰਦਾ ਔਰ ਦੱਸਦਾ ਕਿ ਮੈਂ 100 ਸਿੰਘ ਜਿਹੜਾ ਵਾ 5 ਮਾਰਚ ਨੂੰ ਕਤਲ ਕੀਤਾ ਵਾ, ਇੱਕ ਦਿਨ ਪਹਿਲਾਂ। ਪਰ ਕੋਈ ਵੀ ਸਿੰਘ ਜਿਹੜਾ ਵਾ ਉਹਨੇ ਇਸਲਾਮ ਨੂੰ ਕਬੂਲ ਨਹੀਂ ਕੀਤਾ ਔਰ ਬੇਖੌਫ, ਮੈਨੂੰ ਇਹ ਬੜੀ ਸ਼ਰਮਿੰਦਗੀ ਨਾਲ ਕਹਿਣਾ ਪਿਆ ਰਿਹਾ ਕਿ ਉਹਨਾਂ ਦੇ ਵਿੱਚ ਕੋਈ ਡਰ ਨਹੀਂ ਸੀ, ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਔਰ ਹੱਸ ਕੇ ਜਿਹੜੇ ਆਪਣੇ ਸੀਸ ਗੁਰੂ ਦੀ ਸਿੱਖੀ ਤੋਂ ਵਾਰ ਗਏ। ਉਹ ਸਾਨੂੰ ਜਿਹੜੇ ਜਲਾਦ ਸਨ ਉਹਨਾਂ ਨੂੰ ਮੁਕਤੀ ਦਾਤਾ ਕਹਿ ਰਹੇ ਸਨ ਔਰ ਬੜੀ ਨਿਡਰਤਾ ਦੇ ਨਾਲ ਜਿਹੜਾ ਉਹਨਾਂ ਨੇ ਆਪਣੇ ਸਿਰ ਜਿਹੜੇ ਆ ਵਾਰ ਦਿੱਤੇ ਆ। ਸੋ ਬਾਦਸ਼ਾਹ ਫਰਕਸ਼ੀਅਰ ਗੁੱਸੇ ਦੇ ਵਿੱਚ ਫਿਰ ਇਹ ਆਰਡਰ ਕਰਦਾ ਕਿ ਇਹਨਾਂ ਨੂੰ ਸਾਰੇ ਸਿੰਘਾਂ ਨੂੰ ਮੁਕਾ ਦਿੱਤਾ ਜਾਵੇ ਔਰ ਰੋਜ਼ਾਨਾ ਹੀ 100 ਸਿੰਘ ਜਿਹੜੇ ਇਸੇ ਤਰ੍ਹਾਂ ਕਤਲਗਾਹ ਦੇ ਵਿੱਚ ਖੜੇ ਜਾਣ। ਇਸੇ ਤਰ੍ਹਾਂ ਫਿਰ ਰੋਜ਼ਾਨਾ ਹੀ ਇਹ ਜਿਹੜਾ 100 ਸਿੰਘ ਜਿਹੜੇ ਆ ਉਹਨਾਂ ਨੂੰ ਕਤਲ ਕੀਤਾ ਜਾਂਦਾ ਸੀ ਉਸ ਵੇਲੇ ਜੀ। ਇਸੇ ਤਰ੍ਹਾਂ ਜੀ ਇਹ 5 ਮਾਰਚ ਤੋਂ ਲੈ ਕੇ 13 ਮਾਰਚ ਤੱਕ ਰੋਜ਼ਾਨਾ ਇਹ 100 ਸਿੰਘ ਜਿਹੜੇ ਆ ਇਸੇ ਤਰੀਕੇ ਨਾਲ ਕਤਲ ਕੀਤੇ ਜਾਂਦੇ ਰਹੇ। ਔਰ ਉਸ ਵੇਲੇ ਦੇ ਜਿਹੜੇ ਅੱਖੀਂ ਡਿੱਠਾ ਹਾਲ ਦਾ ਵਰਣਨ ਸਾਨੂੰ ਮਿਲਦਾ ਫਾਰਸੀ ਸਰੋਤਾਂ ਦੇ ਵਿੱਚ ਡਾਕਟਰ ਬਲਵੰਤ ਸਿੰਘ ਜੀ ਢਿੱਲੋਂ ਦੇ ਮੁਤਾਬਕ ਕਿ ਉਸ ਵੇਲੇ ਇਬਰਤਨਾਮਾ ਦਾ ਕਰਤਾ ਮਿਰਜ਼ਾ ਮੁਹੰਮਦ ਹਾਰਿਸੀ ਜਿਹੜਾ ਉਸ ਵੇਲੇ ਕਹਿੰਦਾ ਕਿ ਮੈਂ ਇੱਕ ਦੂਸਰੇ ਦਿਨ ਮੈਂ ਵੇਖਣ ਗਿਆ ਕਿ ਸਿੱਖਾਂ ਦਾ ਜਿੱਥੇ ਕਤਲੇਆਮ ਚੱਲ ਰਿਹਾ ਸੀ ਉਹ ਤਮਾਸ਼ਾ, ਕਹਿੰਦਾ ਕਿ ਮੈਂ ਤਮਾਸ਼ਾ ਵੇਖਣ ਗਿਆ। ਉਹਨੇ ਇਹ ਅੱਖੀਂ ਡਿੱਠਾ ਹਾਲ ਵੇਖਿਆ, ਪਰ ਉਹ ਇਹ ਗੱਲ ਦੱਸਦਾ ਕਿ ਮੈਂ ਉਸ ਵੇਲੇ ਜਿਹੜਾ ਵਾ ਪਹੁੰਚਦਾ ਜਦੋਂ 100 ਸਿੰਘ ਜਿਹੜੇ ਸ਼ਹੀਦ ਕੀਤੇ ਜਾ ਚੁੱਕੇ ਸਨ, ਉਹਨਾਂ ਦੇ ਧੜ ਸੀਸ ਜਿਹੜੇ ਆ ਮਿੱਟੀ ਧੂੜ ਘੱਟੇ ਦੇ ਵਿੱਚ ਰਲੇ ਸਨ ਔਰ ਖੂਨ ਦੀਆਂ ਨਦੀਆਂ ਜਿਹੜੀਆਂ ਚੱਲ ਰਹੀਆਂ ਸਨ।
ਉਸ ਵੇਲੇ ਇਹ ਕਹਾਣੀਆਂ ਬੋਲੀਆਂ ਜਾ ਰਹੀਆਂ ਸਨ, ਲੋਕਾਂ ਵੱਲੋਂ ਕਹਿ ਰਹੇ ਸਨ ਕਿ ਕੋਈ ਵੀ ਸਿੱਖ ਜਿਹੜਾ ਵਾ ਉਹਨੇ ਦੀਨੇ ਇਸਲਾਮ ਨਹੀਂ ਕਬੂਲ ਕੀਤਾ। ਸੋ ਇਹ ਮੌਕੇ ਦੀਆਂ ਗਵਾਹੀਆਂ ਜੀ ਉਸ ਵੇਲੇ ਦੀਆਂ ਫਾਰਸੀ ਸਰੋਤ ਜਿਹੜੇ ਕਰਦੇ ਨੇ। ਇਸ ਤੋਂ ਬਾਅਦ 10 ਮਾਰਚ 1716 ਨੂੰ ਇੱਕ ਖੱਤ ਜਾਨ ਸਰਮਨ ਐਡਵਰਡ ਸਟੀਫਨਸਨ ਇੱਕ ਖੱਤ ਲਿਖਦੇ ਨੇ ਰਾਬਰਟ ਹੈਜਸ, ਫੋਰਟ ਵਿਲੀਅਮ ਕਲਕੱਤਾ, ਕਿਉਂਕਿ ਉਸ ਵੇਲੇ ਉਹ ਈਸਟ ਇੰਡੀਆ ਕੰਪਨੀ ਦੇ ਨਾਲ ਜਿਹੜਾ ਵਾ ਵਪਾਰਕ ਤੌਰ ਤੇ ਜਿਹੜੇ ਬਾਦਸ਼ਾਹ ਫਰਕਸ਼ੀਅਰ ਦੇ ਨਾਲ ਗੱਲਬਾਤ ਜਿਹੜੀ ਸੀ ਉਹਨਾਂ ਦੀ ਚੱਲਦੀ ਸੀ। ਔਰ ਉਸ ਵੇਲੇ 2 ਅੰਗਰੇਜ਼ ਜਿਹੜੇ ਦਿੱਲੀ ਦੇ ਵਿੱਚ ਮੌਜੂਦ ਸਨ, ਉਹ ਫੋਰਟ ਵਿਲੀਅਮ ਕਲਕੱਤਾ ਨੂੰ ਜਿਹੜਾ ਵਾ ਗਵਰਨਰ ਨੂੰ ਉਸ ਵੇਲੇ ਦੇ ਨੂੰ ਖੱਤ ਲਿਖਦੇ ਨੇ 10 ਮਾਰਚ 1716 ਨੂੰ ਕਿ ਸਿੱਖਾਂ ਦਾ ਬਾਗੀ ਆਗੂ ਜਿਹੜਾ ਕੁਝ ਸਮੇਂ ਲਈ ਉਹਦੀ ਜਾਨ ਨੂੰ ਬਖਸ਼ ਦਿੱਤਾ ਗਿਆ, ਉਹਨੂੰ ਕੈਦ ਕੀਤਾ ਗਿਆ ਪ੍ਰਮੁੱਖ ਸਿੰਘਾਂ ਦੇ ਸਮੇਤ, ਪਰ ਉਹਦੇ ਜਿਹੜੇ ਸਾਥੀ ਨੇ 700 ਦੇ ਕਰੀਬ, ਉਹਨਾਂ ਨੂੰ ਰੋਜ਼ਾਨਾ 100 ਨੂੰ ਕਤਲਗਾਹ ਦੇ ਵਿੱਚ ਖੜ ਕੇ ਕਤਲ ਕੀਤਾ ਜਾ ਰਿਹਾ। ਪਰ ਉਹਨਾਂ ਦੇ ਵਿੱਚੋਂ ਸਾਨੂੰ ਇੱਕ ਵੀ ਇਹੋ ਜਿਹਾ ਨਜ਼ਰ ਨਹੀਂ ਆਇਆ ਜਿਨੇ ਦੀਨੇ ਇਸਲਾਮ ਕਬੂਲ ਕੀਤਾ ਹੋਵੇ ਔਰ ਜਿਹੜਾ ਆਪਣੇ ਧਰਮ ਨੂੰ ਤਿਆਗਿਆ ਹੋਵੇ। ਉਹਨਾਂ ਦੇ ਚਿਹਰਿਆਂ ਦੇ ਉੱਪਰ ਬੇਖੌਫ ਹੋ ਕੇ ਉਹਨਾਂ ਨੇ ਕੁਰਬਾਨੀਆਂ ਉਹ ਦੇ ਰਹੇ ਨੇ, ਆਪਣਾ ਸੀਸ ਭੇਟ ਕਰ ਰਹੇ ਨੇ, ਪਰ ਉਹਨਾਂ ਦੇ ਵਿੱਚੋਂ ਕਿਸੇ ਦੇ ਵੀ ਚਿਹਰੇ ਦੇ ਕੋਈ ਡਰ ਖੌਫ ਨਹੀਂ ਸੀ ਤੇ ਉਹ ਆਪਣੇ ਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਵਾ ਕਤਲਗਾਹ ਦੇ ਵਿੱਚ ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜੀਆਂ ਕੁਰਬਾਨੀਆਂ ਦੇ ਰਹੇ ਸਨ। ਔਰ ਉਸ ਵੇਲੇ ਉਹ ਇਹ ਗੱਲ ਲਿਖਦੇ ਨੇ ਕਿ ਉਹ ਜਲਾਦਾਂ ਨੂੰ ਮੁਕਤੀ ਦਾਤਾ ਬੋਲ ਰਹੇ ਸਨ ਕਿ ਇਹ ਸਾਡੇ ਮੁਕਤੀ ਦਾਤਾ ਨੇ ਤੇ ਸਾਨੂੰ ਜਲਦੀ ਮੁਕਤੀ ਦਿਓ। ਇਸ ਤਰੀਕੇ ਨਾਲ ਇਹ ਜਿਹੜੀ ਗਵਾਹੀ ਆ ਸਾਨੂੰ ਇਹ ਉਸ ਵੇਲੇ ਦੀ ਪੁਖਤਾ ਗਵਾਹੀ ਕਿ ਸਿੰਘ ਜਿਹੜੇ ਆ ਬੜੀ ਦ੍ਰਿੜਤਾ ਦੇ ਨਾਲ, ਬੜੀ ਸੂਰਬੀਰਤਾ ਦੇ ਨਾਲ ਕਿੱਦਾਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਇਸ ਤਰੀਕੇ ਨਾਲ ਉਸ ਤੋਂ ਬਾਅਦ ਇੱਕ ਦਿਨ ਉਸ ਵੇਲੇ ਇੱਕ ਰਾਈਟਰ ਆ ਜੀ ਕਾਫੀ ਖਾਨ, ਉਹਨੇ ਕਿਤਾਬ ਲਿਖੀ ਜੀ ਮੁੰਤਖਬ ਲੁਬਾਬ। ਉਹ ਇਸ ਦੀ ਦੂਸਰਾ ਨੰਬਰ ਜਿਲਦ ਦੇ ਉੱਪਰ 766 ਨੰਬਰ ਪੰਨੇ ਦੇ ਉੱਪਰ ਲਿਖਦਾ ਕਿ ਮੈਂ ਵੀ ਇੱਕ ਦਿਨ ਜਾ ਕੇ ਇਹ ਤਮਾਸ਼ਾ ਵੇਖਣ ਲਈ ਗਿਆ। ਮੈਂ ਜਦੋਂ ਕਤਲਗਾਹ ਦੇ ਵਿੱਚ ਅੱਪੜਦਾ ਤੇ ਮੈਂ ਕੀ ਵੇਖਦਾ, ਇੱਕ ਬਿਰਧ ਮਾਤਾ ਆਪਣੇ ਹੱਥ ਦੇ ਵਿੱਚ ਇੱਕ ਪੱਤਰ ਪਗੜੀ ਜਿਹੜੀ ਆ ਜਲਾਦ ਨੂੰ ਰੋਕਣ ਲਈ ਕਾਲੀ ਆ, ਔਰ ਉਹ ਕਹਿ ਰਹੀ ਆ ਕਿ ਮੈਂ ਆਪਣੇ ਪੁੱਤਰ ਦੀ ਰਿਹਾਈ ਦਾ ਆਰਡਰ, ਰਿਹਾਈ ਦਾ ਹੁਕਮ ਬਾਦਸ਼ਾਹ ਫਰਕਸ਼ੀਰ ਵੱਲੋਂ ਲੈ ਆਈ ਆ, ਮੇਰੇ ਪੁੱਤਰ ਨੂੰ ਰਿਹਾ ਕੀਤਾ ਜਾਵੇ। ਜਦ ਕਿ ਉਹ ਪੁੱਤਰ ਜਿਸ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇਹ ਜਿਹੜੀ ਮਾਤਾ ਵਾ ਇਹ ਭੀਮ ਸਿੰਘ ਦੀ ਮਾਤਾ ਸੀ, ਜਿਹਨੂੰ ਪਿੰਡ ਸੁਪਾਰੀਵਿੰਡ ਤੋਂ ਮਜੀਠੇ ਦੇ ਨਜ਼ਦੀਕ ਤੋਂ ਪਕੜਿਆ ਗਿਆ ਸੀ। ਇਹ ਕਿਸੇ ਤਰੀਕੇ ਨਾਲ ਦਿੱਲੀ ਜਿਹੜੀ ਆ ਪੁੱਜਦੀ ਆ। ਹੁਣ ਇੱਥੇ ਇਹ ਦੱਸਣਾ ਬਣਦਾ ਕਿ ਦਿੱਲੀ ਕਿਸ ਤਰ੍ਹਾਂ ਪੁੱਜੀ ਸੀ ਉਸ ਵੇਲੇ, ਕਿਉਂਕਿ ਉਸ ਵੇਲੇ ਪਿੰਡ ਸੁਪਾਰੀਵਿੰਡ ਦੇ ਨਜ਼ਦੀਕ ਮਜੀਠਾ ਕਸਬਾ ਦੇ ਇੱਕ ਹਿੰਦੂ ਦੀਵਾਨ ਰਤਨ ਚੰਦ ਜੋ ਸਨ, ਉਹ ਬਾਦਸ਼ਾਹ ਫਰਕਸ਼ੀਅਰ ਦੇ ਵਜ਼ੀਰ, ਬਾਦਸ਼ਾਹ ਫਰਕਸ਼ੀਅਰ ਦੇ ਜਿਹੜਾ ਉਸ ਵੇਲੇ ਦੇ ਵਜ਼ੀਰ ਸੈਦ ਅਬਦੁੱਲਾ, ਕਿਉਂਕਿ ਅਬਦੁੱਲਾ ਭਰਾ ਜਿਹੜੇ ਸਨ ਉਹਨਾਂ ਨੇ ਫਰਕਸ਼ੀਅਰ ਨੂੰ ਜਿਹੜਾ ਵਾ ਗੱਦੀ ਬਿਠਾਉਣ ਦੇ ਉੱਪਰ ਅਹਿਮ ਰੋਲ ਅਦਾ ਕੀਤਾ ਸੀ। ਉਹਨਾਂ ਦਾ ਵਜ਼ੀਰ, ਉਹਨਾਂ ਦਾ ਜਿਹੜਾ ਦੀਵਾਨ ਸੀ ਰਤਨ ਚੰਦ ਜੋ ਮਜੀਠੇ ਦਾ ਰਹਿਣ ਵਾਲਾ ਸੀ, ਇਹ ਮਾਤਾ ਉਸ ਨਾਲ ਪਹੁੰਚ ਕਰਦੀ ਆ ਔਰ ਦਿੱਲੀ ਪੁੱਜਦੀ ਆ ਔਰ ਦਿੱਲੀ ਜਾ ਕੇ ਇਹ ਬੇਨਤੀ ਕਰਦੀ ਆ ਕਿ ਦੀਵਾਨ ਰਤਨ ਚੰਦ ਜੀ, ਮੈਂ ਤੁਹਾਡੇ ਨਜ਼ਦੀਕ ਪਿੰਡ ਤੋਂ ਆ, ਤੁਸੀਂ ਮਜੀਠੇ ਦੇ ਰਹਿਣ ਵਾਲੇ ਜੇ ਤੇ ਮੈਂ ਇਸ ਦੇ ਨਜ਼ਦੀਕ ਪਿੰਡ ਸੁਪਾਰੀਵਿੰਡ ਦੀ ਰਹਿਣ ਵਾਲੀ ਆ ਔਰ ਹਿੰਦੂ ਪਰਿਵਾਰ ਦੀ ਔਰਤ ਆ ਤੇ ਮੈਂ ਵਿਧਵਾ ਔਰਤ ਆ ਔਰ ਮੇਰੇ ਪੁੱਤਰ ਨੂੰ ਜਿਹੜਾ ਵਾ ਮੁਗਲ ਹਾਕਮਾਂ ਵੱਲੋਂ ਪਕੜ ਲਿਆ ਗਿਆ ਵਾ ਨਜਾਇਜ਼ ਤੌਰ ਤੇ। ਮੈਂ ਹਿੰਦੂ ਆ ਔਰ ਹਿੰਦੂਆਂ ਨਾਲ ਹੀ ਤੁਹਾਡੀ ਜਿਹੜੀ ਆ ਕੋਈ ਦੁਸ਼ਮਣੀ ਨਹੀਂ ਹੈਗੀ, ਸਿੱਖਾਂ ਨੂੰ ਹੀ ਇੱਥੇ ਕਤਲ ਕੀਤਾ ਜਾ ਰਿਹਾ, ਮੇਰੇ ਪੁੱਤਰ ਨੂੰ ਬਖਸ਼ਿਆ ਜਾਵੇ, ਉਹਦੀ ਰਿਹਾਈ ਕਰਵਾਈ ਜਾਵੇ। ਔਰ ਜੋ ਉਸ ਵੇਲੇ ਦੀਵਾਨ ਰਤਨ ਚੰਦ ਨੇ ਉਹਨਾਂ ਨੂੰ ਇਸ ਗੱਲ ਲਈ ਉਹ ਮਾਤਾ ਨੂੰ ਤਰੀਕੇ ਦੇ ਨਾਲ ਮਾਤਾ ਨਾਲ ਗੱਲ ਕਰਕੇ ਫਿਰ ਆਪਣੇ ਜਿਹੜੇ ਮੰਤਰੀ ਨੇ ਸੈਦ ਅਬਦੁੱਲਾ ਦੇ ਨਾਲ ਗੱਲ ਕਰਦੇ ਨੇ ਕਿ ਮੇਰੇ ਗਵਾਂਢੀ ਪਿੰਡ ਤੋਂ ਇੱਕ ਔਰਤ ਮੇਰੇ ਮਾਝੇ ਏਰੀਏ ਤੋਂ ਪੰਜਾਬ ਤੋਂ ਆਈ ਆ, ਜਿਹਦਾ ਪੁੱਤਰ ਨਜਾਇਜ਼ ਤੌਰ ਤੇ ਪਕੜਿਆ ਗਿਆ ਸੀ ਜ਼ਕਰੀਆ ਖਾਨ ਵੱਲੋਂ, ਔਰ ਇਹ ਹਿੰਦੂ ਆ, ਇਹ ਇਕਬਾਲ ਕਰਦੀ ਆ ਔਰ ਹਿੰਦੂ ਆ, ਤੇ ਇਸ ਨੂੰ ਜਿਹੜਾ ਵਾ ਆਪਾਂ ਛੱਡਣ ਦੀ ਸਿਫਾਰਿਸ਼ ਜਿਹੜੀ ਆ ਬਾਦਸ਼ਾਹ ਫਰਕਸ਼ੀਅਰ ਦੇ ਕੋਲ ਕਰੀਏ। ਔਰ ਸੈਦ ਅਬਦੁੱਲਾ ਇਸ ਗੱਲ ਦੀ ਗਵਾਹੀ ਭਰਨ ਲਈ ਰਾਜੀ ਹੋ ਜਾਂਦਾ ਕਿ ਕਿਉਂਕਿ ਦੀਵਾਨ ਰਤਨ ਚੰਦ ਦੇ ਉੱਪਰ ਉਹ ਬਹੁਤ ਭਰੋਸਾ ਕਰਦਾ ਸੀ ਤੇ ਉਹ ਫਿਰ ਉਸ ਵੇਲੇ ਸੈਦ ਅਬਦੁੱਲਾ ਤੇ ਦੀਵਾਨ ਰਤਨ ਚੰਦ ਜਿਹੜੇ ਨੇ ਬਾਦਸ਼ਾਹ ਫਰਕਸ਼ੀਅਰ ਦੇ ਪੇਸ਼ ਹੁੰਦੇ ਨੇ ਉਸ ਮਾਤਾ ਨੂੰ ਨਾਲ ਲੈ ਕੇ। ਔਰ ਸੈਦ ਅਬਦੁੱਲਾ ਇਹ ਗੱਲ ਕਰਦੇ ਨੇ ਕਿ ਬਾਦਸ਼ਾਹ ਫਰਕਸ਼ੀਅਰ ਜੀ, ਮੇਰਾ ਦੀਵਾਨ ਰਤਨ ਚੰਦ ਬਹੁਤ ਜ਼ਿੰਮੇਵਾਰ ਔਰ ਬਹੁਤ ਕਾਬਲੇ ਤਾਰੀਫ ਦਾ ਵਿਸ਼ਵਾਸ ਵਾਲਾ ਬੰਦਾ ਵਾ। ਇਸ ਗੱਲ ਦੀ ਗਵਾਹੀ ਭਰਦਾ ਕਿ ਇੱਕ ਬਿਰਧ ਮਾਤਾ ਜਿਹੜੀ ਆ ਪੰਜਾਬ ਤੋਂ ਮਾਝੇ ਤੋਂ ਆਈ ਆ, ਜਿਹਦਾ ਪੁੱਤਰ ਜਿਹੜਾ ਨਜਾਇਜ਼ ਤੌਰ ਤੇ
ਜ਼ਕਰੀਆ ਖਾਨ ਵੱਲੋਂ ਪਕੜਿਆ ਗਿਆ ਸੀ। ਉਹ ਸਿੰਘਾਂ ਦੀ ਕੈਦ ਦੇ ਵਿੱਚ ਸੀ। ਉਹ ਸਿੱਖ ਨਹੀਂ ਆ, ਉਹ ਹਿੰਦੂ ਆ। ਔਰ ਬਾਦਸ਼ਾਹ ਜੀ ਸਾਡੀ ਦੁਸ਼ਮਣੀ ਜਿਹੜੀ ਆ ਸਿੱਖਾਂ ਦੇ ਨਾਲ ਆ, ਹਿੰਦੂਆਂ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਆ। ਸੋ ਅਸੀਂ ਇਸ ਗੱਲ ਦੀ ਦੀਵਾਨ ਰਤਨ ਚੰਦ ਵੀ ਗਵਾਹੀ ਭਰ ਰਿਹਾ, ਮੇਰਾ ਦੀਵਾਨ, ਔਰ ਮੈਂ ਵੀ ਇਸ ਗੱਲ ਦੀ ਗਵਾਹੀ ਭਰਦਾ। ਔਰ ਇਹ ਜਿਹੜਾ ਲੜਕਾ ਇਸ ਮਾਤਾ ਦਾ, ਇਹਨੂੰ ਰਿਹਾ ਕੀਤਾ ਜਾਵੇ। ਬਾਦਸ਼ਾਹ ਫਰਕਸ਼ੀਅਰ ਜਿਹੜਾ ਵਾ ਉਹ ਇਸ ਰਹਿਮ ਦੀ ਅਪੀਲ ਨੂੰ ਮੰਨਦੇ ਹੋਏ ਇੱਕ ਫਰਮਾਨ ਜਾਰੀ ਕਰਦਾ ਲਿਖਤੀ ਰੂਪ ਦੇ ਵਿੱਚ ਕਿ ਇਸ ਮਾਤਾ ਦੇ ਪੁੱਤਰ ਨੂੰ ਜਿਹੜਾ ਛੱਡ ਦਿੱਤਾ ਜਾਵੇ। ਉਸ ਵੇਲੇ ਫਿਰ ਜਦੋਂ ਅਸੀਂ ਪਿੱਛੇ ਕੜੀ ਨੂੰ ਜੋੜਦੇ ਆਂ ਗੱਲ ਕਰ ਰਹੇ ਆਂ ਕਿ ਇੱਕ ਦਿਨ ਕਾਫੀ ਖਾਨ ਰਾਈਟਰ ਜਿਹੜਾ ਉੱਥੇ ਪੁੱਜਦਾ ਔਰ ਉਹਨੇ ਦੇਖਿਆ ਸੀ ਇੱਕ ਮਾਤਾ ਦੇ ਹੱਥ ਦੇ ਵਿੱਚ ਇੱਕ ਫਰਮਾਨ ਆ, ਇੱਕ ਪੱਤਰ ਆ। ਇਹੋ ਮਾਤਾ ਸੀ ਜਿਹੜੀ ਪਿੰਡ ਸਪਾਰੀਵਿੰਡ ਤੋਂ ਪੰਜਾਬ ਤੋਂ ਦਿੱਲੀ ਪਹੁੰਚੀ ਸੀ ਤੇ ਜਿਹਦਾ ਬੱਚਾ ਨਜਾਇਜ਼ ਤੌਰ ਤੇ ਜਿਹੜਾ ਵਾ ਉਹ ਕਹਿ ਰਹੀ ਸੀ ਕਿ ਮੇਰਾ ਬੱਚਾ ਸਿੱਖ ਨਹੀਂ ਹਿੰਦੂ ਆ, ਇਹਨੂੰ ਛੱਡਿਆ ਜਾਵੇ। ਸੋ ਕਾਫੀ ਖਾਨ ਕੀ ਦੇਖਦਾ ਕਿ ਫਿਰ ਉਹ ਮਾਤਾ ਜਿਹੜੀ ਆ ਉਸ ਵੇਲੇ ਜਲਾਦ ਨੂੰ ਰੋਕਦੀ ਆ ਔਰ ਕੋਤਵਾਲ ਸਰਬਰਾਹ ਖਾਨ ਦੇ ਹੱਥੇ ਫਰਮਾਨ ਜਿਹੜਾ ਉਹ ਅਫਸਰ ਜਿਹੜਾ ਨਾਲ ਨਿਯੁਕਤ ਕੀਤਾ ਗਿਆ ਸੀ ਉਹ ਪੜ੍ਹ ਕੇ ਫਰਮਾਨ ਜਿਹੜਾ ਵਾ ਉਹ ਹੁਕਮਨਾਮਾ ਜਿਹੜਾ ਵਾ ਉਹ ਸਰਬਰਾਹ ਖਾਨ ਨੂੰ ਫੜਾਉਂਦਾ ਜੀ। ਔਰ ਸਰਬਰਾਹ ਖਾਨ ਜਿਹੜਾ ਵਾ ਉਸ ਨੌਜਵਾਨ ਨੂੰ ਕਹਿੰਦਾ ਕਿ ਤੇਰੇ ਲਈ ਖੁਸ਼ਖਬਰੀ ਆ ਕਿ ਤੇਰੀ ਮਾਤਾ ਜਿਹੜੀ ਆ ਤੇਰੇ ਰਿਹਾਈ ਦਾ ਆਰਡਰ ਲੈ ਆਈ ਆ, ਪਰ ਇੱਕ ਸ਼ਰਤ ਹੈ ਕਿ ਤੂੰ ਖੁਦ ਇਕਬਾਲ ਕਰੇ ਕਿ ਮੈਂ ਸਿੱਖ ਨਹੀਂ ਆ, ਮੈਂ ਹਿੰਦੂ ਆ ਤੇ ਤੈਨੂੰ ਛੱਡ ਦਿੱਤਾ ਜਾਵੇਗਾ। ਕਿਉਂਕਿ ਉਸ ਹੁਕਮਨਾਮੇ ਦੇ ਉੱਪਰ ਇਹ ਲਿਖਿਆ ਜਾਂਦਾ ਕਿ ਖੁਦ ਜਿਹੜਾ ਵਾ ਉਹ ਨੌਜਵਾਨ ਇਹ ਜਿਹੜਾ ਵਾ ਇਹ ਕਬੂਲ ਕਰੇ ਕਿ ਮੈਂ ਸਿੱਖ ਨਹੀਂ ਆ। ਤੇ ਉਸ ਵੇਲੇ ਜਦੋਂ ਉਹਦੀ ਅਪਰੋਚ ਹੋਈ, ਉਹਨਾਂ ਆਖਿਆ ਕਿ ਇਹ ਮੰਨ ਜਾਵੇ ਕਿ ਮੈਂ ਸਿੱਖਾਂ ਨਾਲ ਨਹੀਂ ਹੈਗਾ, ਮੈਂ ਹਿੰਦੂ ਆ, ਤੈਨੂੰ ਛੱਡ ਦਿੱਤਾ ਜਾਊਗਾ। ਉਦਣ ਹੀ ਉਹਦੀ ਵਾਰੀ ਸੀ। ਤੇ ਜਦੋਂ ਉਹਦੀ ਮਾਂ ਗਈ ਉਹਦੇ ਕੋਲ ਤੇ ਉਹਨੇ ਇਹੋ ਸਵਾਲ ਕੀਤਾ, ਉਹਨੇ ਆਖਿਆ ਕਿ ਮੈਂ ਜਿਹੜਾ ਕਿ ਮੈਂ ਸਿੱਖ ਆ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਤੇ ਮੈਂ ਇਹਨਾਂ ਨਾਲ ਸੰਬੰਧਿਤ ਨਹੀਂ ਹੈ ਤੇ ਮੈਨੂੰ ਜ਼ਰੂਰ ਸ਼ਹੀਦ ਕੀਤਾ ਜਾਏ। ਮੈਂ ਦੂਜੇ ਬੰਦਿਆਂ ਤੋਂ ਵਿਛੜਨਾ ਨਹੀਂ ਚਾਹੁੰਦਾ, ਜਿਨ੍ਹਾਂ ਦੇ ਨਾਲ ਮੈਨੂੰ ਲਿਆਂਦਾ ਗਿਆ ਤੇ ਮੈਂ ਉਹਨਾਂ ਦੇ ਨਾਲ ਰਲ ਕੇ ਸ਼ਹੀਦੀ ਪਾਉਣੀ ਚਾਹੁੰਦਾ। ਪਰ ਇਹ ਨੌਜਵਾਨ ਭੀਮ ਸਿੰਘ ਜਿਹੜਾ ਇਸ ਗੱਲ ਤੋਂ ਮੁਨਕਰ ਹੋ ਜਾਂਦਾ ਔਰ ਉਹ ਕਹਿੰਦਾ ਕਿ ਮੇਰੀ ਮਾਂ ਜਿਹੜੀ ਆ ਝੂਠ ਬੋਲਦੀ ਆ, ਮੈਂ ਸਿੱਖ ਆ। ਇਹ ਜਿਹੜਾ ਅੱਖੀਂ ਡਿੱਠਾ ਹਾਲ ਆ ਉਸ ਵੇਲੇ ਦਾ ਕਾਫੀ ਖਾਨ ਰਾਈਟਰ ਜਿਹਨੇ ਮੁੰਤਖਬ ਲਬਾਬ ਇੱਕ ਕਿਤਾਬ ਲਿਖੀ ਆ ਜੀ 18ਵੀਂ ਸਦੀ ਦੇ ਵਿੱਚ, ਉਹਦੇ ਵਿੱਚ ਦਰਜ ਹੈ। ਉਹ ਇਹ ਗੱਲ ਕਰਦਾ ਕਿ ਫਾਰਸੀ ਦੇ ਵਿੱਚ ਇਹ ਗੱਲ ਕਰਦਾ ਕਿ ਮਾਦਰਸ ਦਰੋਇਗ ਮੈਂ ਗੋਇਦ ਬਾ ਦਿਲੋ ਜਾਨ ਅਜ ਮੁਆਇਦ ਕਿਦਾ ਵਾਹ ਫਿਦਵਾਇਨ ਜਾ ਨਿਸ਼ਾਰ ਮੁਰਸ਼ਦ ਖੁਦਮ। ਭਾਵ ਕਿ ਮੇਰੀ ਮਾਂ ਝੂਠ ਬੋਲਦੀ ਆ, ਮੈਂ ਦਿਲ ਔਰ ਜਾਨ ਤੋਂ ਗੁਰੂ ਦਾ ਪਰਮ ਸੇਵਕ ਆ, ਸੱਚਾ ਸੇਵਕ ਆ, ਮੈਂ ਆਪਣਾ ਤਨ ਮਨ ਜਿਹੜਾ ਵਾ ਗੁਰੂ ਤੋਂ ਕੁਰਬਾਨ ਕਰ ਦੇਵਾਂਗਾ। ਸੋ ਉਸ ਵੇਲੇ ਇਹ ਜਿਹੜੀ ਮਾਤਾ ਵਾ ਬੜਾ ਵਰਲਾਪ ਕਰਦੀ ਆ ਜੀ, ਆਪਣੇ ਪੁੱਤਰ ਨੂੰ ਗੱਲ ਆ ਕੇ ਕਹਿੰਦੀ ਆ ਕਿ ਤੂੰ ਅੱਜ ਪੁੱਤਰ ਇੱਕ ਵਾਰ ਕਹਿ ਦੇ ਮੈਂ ਸਿੱਖ ਨਹੀਂ, ਹਜ਼ਾਰਾਂ ਵਾਰ ਘਰ ਜਾ ਕੇ ਕਹੀਂ ਔਰ ਗੁਰੂ ਦਾ ਸਿੱਖ ਬਣ ਕੇ ਰਹੀਂ ਜਿਸ ਤਰ੍ਹਾਂ, ਪਰ ਆਪਣੀ ਜਾਨ ਨੂੰ ਬਖਸ਼ਾਲਾ। ਔਰ ਉਸ ਵੇਲੇ ਉਹ ਇਹ ਵੀ ਗੱਲ ਕਰਦੀ ਆ ਕਿ ਪੁੱਤਰ ਮੈਂ ਤੈਨੂੰ ਕਿਸ ਤਰ੍ਹਾਂ ਪਾਲਿਆ ਸੀ, ਤੇਰਾ ਜਿਹੜਾ ਪਿਤਾ ਸੀ ਇਹ ਛੋਟੀ ਉਮਰੇ ਤੇ ਪਿਤਾ ਦਾ ਸਾਇਆ ਤੇਰੇ ਸਿਰ ਤੋਂ ਉੱਠ ਗਿਆ ਸੀ ਤੇ ਮੈਂ ਤੈਨੂੰ ਚਾਵਾਂ ਨਾਲ ਪਾਲਿਆ, ਤੂੰ ਮੇਰੀ ਜਿੰਦ ਜਾਨ ਦਾ ਟੁਕੜਾ ਵਾ, ਇਸ ਕਰਕੇ ਮੈਂ ਤੇਰੇ ਜੀਵਨ ਦੀ ਭਲਾਈ ਮੰਗਦੀ ਆ ਤੇ ਤੂੰ ਇਹ ਗੱਲ ਕਹਿ ਕਿ ਮੈਂ ਹਿੰਦੂ ਆ, ਸਿੱਖ ਨਹੀਂ ਆ। ਪਰ ਨੌਜਵਾਨ ਜਿਹੜਾ ਵਾ ਦੁਨਿਆਵੀ ਮੋਹ ਤੋਂ, ਘਰ ਪਰਿਵਾਰ ਦੇ ਮੋਹ ਤੋਂ ਜਿਹੜਾ ਵਾ ਮੁਨਕਰ ਹੋ ਜਾਂਦਾ ਔਰ ਗੁਰੂ ਦੀ ਸਿੱਖੀ ਦੀ ਖਾਤਰ ਗੁਰੂ ਦੇ ਵਿਸ਼ਵਾਸ ਰੱਖਦਾ ਹੋਇਆ ਜਿਹੜਾ ਵਾ ਉਸ ਵੇਲੇ ਇਹ ਗੱਲ ਨਹੀਂ ਕੂਕਦਾ ਕਿ ਮੇਰੀ ਮਾਤਾ ਜਿਹੜੀ ਝੂਠ ਬੋਲਦੀ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਮੇਰੀ ਮਾਤਾ ਝੂਠ ਬੋਲਦੀ, ਮੈਂ ਤਨ ਮਨ ਤੋਂ ਗੁਰੂ ਦਾ ਸਿੱਖ ਆ, ਮੈਨੂੰ ਛੇਤੀ ਕਤਲ ਕੀਤਾ ਜਾਵੇ, ਮੈਂ ਆਪਣੇ ਭਾਈਆਂ ਤੋਂ ਜਿਹੜਾ ਪਿੱਛੇ ਕਰ ਦਿੱਤਾ, ਮੈਨੂੰ ਕਿਉਂ ਰੋਕਿਆ ਜਾ ਰਿਹਾ। ਫਿਰ ਸਾਨੂੰ ਇਤਿਹਾਸ ਦੱਸਦਾ ਕਿ ਉਹ ਨੌਜਵਾਨ ਕਤਲਗਾਹ ਦੇ ਵਿੱਚ ਬਾਹਾਂ ਉੱਚੀਆਂ ਕਰਕੇ, ਅੱਡੀਆਂ ਉੱਚੀਆਂ ਕਰਕੇ ਉਹ ਜਕਾਰੇ ਛੱਡਦਾ ਔਰ ਕਹਿੰਦਾ ਕਿ ਮੈਨੂੰ ਕਤਲ ਕਰੋ, ਮੈਂ ਗੁਰੂ ਦਾ ਸਿੱਖ ਆ। ਇਸ ਤਰ੍ਹਾਂ ਉਹ ਮਾਤਾ ਜਿਹੜੀ ਆ ਉੱਥੋਂ ਫਿਰ ਪਿੱਛੇ ਹਟਦੀ ਆ ਔਰ ਮਜਬੂਰ ਹੋ ਜਾਂਦੀ ਕਿ ਮੇਰਾ ਪੁੱਤ ਜਿਹੜਾ ਵਾ ਅੱਜ ਮੇਰੇ ਤੋਂ ਸਦਾ ਲਈ ਵਿਛੜ ਜਾਣਾ। ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ 18ਵੀਂ ਸਦੀ ਦੇ ਫਾਰਸੀ ਸਰੋਤ ਨੇ ਉਹ ਇਹ ਦੱਸਦੇ ਨੇ ਕਿ ਇੱਕ ਜਿਹੜਾ ਇਹ ਲੜਕੇ ਦੀ ਨਵੀਂ ਸ਼ਾਦੀ ਹੋਈ ਸੀ, ਉਹਦੀ ਨਵ ਵਿਆਹੀ ਜਿਹੜੀ ਪਤਨੀ ਆ ਉਹ ਵੀ ਉਸ ਵੇਲੇ ਨਾਲ ਸੀ। ਉਹਨੇ ਵੀ ਫਿਰ ਫਰਿਆਦ ਕੀਤੀ ਮਾਤਾ ਤੋਂ ਬਾਅਦ, ਪਰ ਉਸਨੇ ਇਸ ਰਿਸ਼ਤਿਆਂ ਦੇ ਵਿੱਚ ਮੋਹ ਦੇ ਵਿੱਚ ਨਹੀਂ ਆਇਆ ਤੇ ਗੁਰੂ ਤੇ ਵਿਸ਼ਵਾਸ ਕਰਦਾ ਆਇਆ ਭੱਜ ਕੇ ਉਹ ਜਲਾਦ ਦੇ ਕੋਲ ਗਿਆ ਔਰ ਬੋਲਿਆ ਕਿ ਮੇਰਾ ਸੀਸ ਜਿਹੜਾ ਵਾ ਕਤਲ ਕੀਤਾ, ਮੇਰਾ ਸੀਸ ਜਿਹੜਾ ਕੱਢ ਦਿੱਤਾ ਜਾਵੇ। ਔਰ ਆਪਣੀ ਗਰਦਨ ਉਹਨੇ ਝੁਕਾ ਕੇ ਤਲਵਾਰ ਦੇ ਅੱਗੇ ਕੀਤੀ ਔਰ ਉਸ ਨੌਜਵਾਨ ਦਾ ਜਿਹੜਾ ਵਾ
ਤਲਵਾਰ ਚੱਲੀ ਔਰ ਸੀਸ ਜਿਹੜਾ ਵਾ ਕੱਟਿਆ ਗਿਆ ਔਰ ਉਹ ਸਦਾ ਲਈ ਅਮਰ ਹੋ ਗਿਆ ਔਰ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਵਿੱਚ ਉਹਨੇ ਆਪਣਾ ਨਾਮ ਜਿਹੜਾ ਦਰਜ ਕਰਵਾ ਲਿਆ। ਸੋ ਅਸੀਂ ਅੱਜ ਇਸ ਸ਼ਹੀਦ ਦੇ ਜੀਵਨ ਬਾਰੇ ਗੱਲ ਕਰ ਰਹੇ ਹਾਂ। ਇਸ ਤਰ੍ਹਾਂ ਇਹ ਜਿਹੜਾ ਅੱਖੀਂ ਡਿੱਠਾ ਹਾਲ ਆ ਤਰੀਕ ਮੁਹੰਮਦ ਸ਼ਾਹ ਇਹਦਾ ਕਰਤਾ ਵੀ, ਇਸ ਤੋਂ ਇਲਾਵਾ ਕਾਫੀ ਖਾਨ, ਹੋਰ ਵੀ ਜਿਹੜੇ ਰਾਈਟਰ ਹੋਏ ਨੇ ਉਸ ਵੇਲੇ ਦੇ, ਉਹਨਾਂ ਨੇ ਇਹ ਜਿਹੜਾ ਅੱਖੀਂ ਡਿੱਠਾ ਹਾਲ ਵੀ ਵੇਖਿਆ ਔਰ ਜ਼ਿਕਰ ਮਿਲਦਾ ਸਾਨੂੰ ਇਤਿਹਾਸ ਦੇ ਵਿੱਚ। ਸੋ ਅਸੀਂ ਅੱਜ ਇਤਿਹਾਸ ਨੂੰ ਬਾਂਚ ਕੇ ਬਜ਼ੁਰਗਾਂ ਦੇ ਪਿਤਾ ਪੁਰਖੀ ਜਿਹੜੇ ਸਾਡੇ ਪਿੰਡ ਦੇ ਵਿੱਚ ਇਹ ਗੱਲ ਚੱਲਦੀ ਆਉਂਦੀ ਸੀ ਸੀਨੇ ਬਸੀਨੇ, ਪਰ ਕੋਈ ਸੁਚੇਤ ਮਤ ਦੇ ਨਾਲ ਇਸ ਨੂੰ ਕਲਮਬੰਦ ਨਹੀਂ ਕਰ ਸਕਿਆ। ਔਰ ਇੱਥੇ ਇਹ ਗੱਲ ਦੱਸਣੀ ਬਣਦੀ ਆ ਕਿ ਉਸ ਦੀ ਸ਼ਹੀਦੀ ਦੀ ਜਿਹੜੀ ਘਟਨਾ ਉਹਦੇ ਤਾਂ ਪੁਖਤਾ ਅਥੈਂਟਿਕ ਪ੍ਰੂਫ ਨੇ ਉਸ ਵੇਲੇ ਕਿ ਉਹ ਸ਼ਹੀਦ ਹੋਇਆ, ਪਰ ਇਸ ਤੋਂ ਪਹਿਲਾਂ ਦਾ ਜਿਹੜਾ ਕੋਈ ਬਹੁਤਾ ਖਾਸ ਵਰਣਨ ਇਸ ਕਰਕੇ ਕਿਉਂਕਿ ਇਹਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਲਿਆਂਦਾ ਗਿਆ ਸੀ। ਇਸ ਜਰੀਏ ਅਸੀਂ ਤੁਹਾਨੂੰ ਅੱਜ ਦੱਸ ਰਹੇ ਹਾਂ ਕਿ ਉਹ ਜਿਹੜਾ ਨੌਜਵਾਨ ਸੀ ਇਹ ਪਿੰਡ ਸਪਾਰੀਵਿੰਡ ਤਹਿਸੀਲ ਮਜੀਠਾ ਦਾ, ਕਿਉਂਕਿ ਮਜੀਠਾ ਕਸਬਾ ਨੂੰ ਇਹ ਬਹੁਤ ਵੱਡਾ ਮਾਣ ਪ੍ਰਾਪਤ ਹੈ। ਇਹ ਵੈਸੇ ਸਾਰੇ ਸਿੱਖ ਜਗਤ ਨੂੰ ਇਹ ਬੜੇ ਮਾਣ ਵਾਲੀ ਸ਼ਹੀਦੀ ਵਾਲੀ ਕੁਰਬਾਨੀ ਆ, ਪਰ ਜਿਸ ਤਰ੍ਹਾਂ ਮਜੀਠਾ ਕਸਬਾ ਨੇ ਖਾਲਸਾ ਰਾਜ ਵੇਲੇ ਵੀ ਬਹੁਤ ਤਗੜੇ ਜਰਨੈਲ ਪੈਦਾ ਕੀਤੇ, ਅਤਰ ਸਿੰਘ ਮਜੀਠੀਆ, ਮੰਨਾ ਸਿੰਘ ਮਜੀਠੀਆ, ਲਹਿਣਾ ਸਿੰਘ ਮਜੀਠੀਆ, ਸੂਰਤ ਸਿੰਘ ਮਜੀਠੀਆ, ਦੇਸਾ ਸਿੰਘ ਮਜੀਠੀਆ। ਇਸ ਤਰ੍ਹਾਂ ਇਹ ਮਜੀਠਾ ਤਹਿਸੀਲ ਦੇ ਨਾਲ ਪਿੰਡ ਭੋਗਵਾਸ ਦਾ ਪਿੰਡ ਸਪਾਰੀਵਿੰਡ ਦਾ ਵੀ ਇਹ ਸ਼ਹੀਦ ਆ। ਸੋ ਇਹ ਹਲਕੇ ਲਈ, ਇਲਾਕੇ ਲਈ, ਸਿੱਖ ਕੌਮ ਲਈ, ਸਾਰੀ ਵਰਲਡ ਦੇ ਵਿੱਚ ਰਹਿ ਰਹੇ ਸਿੱਖਾਂ ਲਈ ਇੱਕ ਬਹੁਤ ਮਾਣ ਵਾਲੀ ਗੱਲ ਆ। ਸੋ ਇਸ ਚੈਨਲ ਦੇ ਰਾਹੀਂ ਇਸ ਤਰੀਕੇ ਦੇ ਨਾਲ ਅਸੀਂ ਇੱਕ ਅਪੀਲ ਵੀ ਕਰਦੇ ਆ, ਸਾਡੀ ਇੱਕ ਅਪੀਲ ਵੀ ਆ ਕਿ ਸਾਡੀ ਸਰਮੌਰ ਸੰਸਥਾ SGPC ਨੂੰ ਕਿ ਉਹ ਇਸ ਨੂੰ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਛਪਵਾ ਕੇ ਜਿਹੜਾ ਇਹ ਸਿੱਖ ਦੇ ਇਤਿਹਾਸ ਬਾਰੇ, ਉਹਦੇ ਜੀਵਨ ਬਾਰੇ, ਉਹਦੇ ਪਿੰਡ ਘਰ ਪਰਿਵਾਰ ਪਿਛੋਕੜ ਬਾਰੇ ਔਰ ਇਹਦੀ ਜਿਹੜੀ ਸ਼ਹੀਦੀ ਦੀਆਂ ਘਟਨਾਵਾਂ ਉਹਨਾਂ ਨੂੰ ਜਿਸ ਤਰ੍ਹਾਂ ਅਸੀਂ ਇਤਿਹਾਸ ਦੇ ਵਿੱਚੋਂ ਸਾਰੇ ਰਾਈਟਰਾਂ ਨੂੰ ਪੜ੍ਹਨ ਤੋਂ ਉਪਰੰਤ 18ਵੀਂ ਸਦੀ ਦੇ ਫਾਰਸੀ ਸਰੋਤਾਂ ਨੂੰ ਵਾਂਚਣ ਤੋਂ ਉਪਰੰਤ ਇਹਨੂੰ ਇੱਕ ਤਰਤੀਬ ਦੇ ਕੇ ਇਹਦੇ ਜੀਵਨ ਨੂੰ ਨਸ਼ਰ ਕੀਤਾ ਜਾਵੇ। ਔਰ ਸਿੱਧੀ ਇਹ ਗੱਲ ਹੀ ਅਸੀਂ ਕਰ ਦਿੰਦੇ ਸੀ ਕਿ ਇੱਕ ਸਿੱਖ ਨੌਜਵਾਨ ਬੱਚੇ ਦੀ ਸ਼ਹੀਦੀ, ਪਰ ਇਸ ਦੀ ਜਗ੍ਹਾ ਨੌਜਵਾਨ ਭੀਮ ਸਿੰਘ ਸਪਾਰੀਵਿੰਡ ਦੀ ਸ਼ਹੀਦੀ ਦਾ ਜਿਹੜਾ ਜੀਵਨ, ਉਹਦਾ ਵਰਣਨ ਜਿਹੜਾ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਜਾਰੀ ਕੀਤਾ ਜਾਵੇ ਔਰ ਜਾਂ ਸਿੱਖ ਕੌਮ ਦੇ ਵਿੱਚ ਉਸ ਦੀ ਕੋਈ ਵੱਡੀ ਯਾਦਗਾਰ ਜਿਹੜੀ ਆ ਯਾਦਗਾਰ ਚਿੰਨ੍ਹ ਵਜੋਂ ਬਣਾਇਆ ਜਾਵੇ, ਤਾਂ ਕਿ ਸਾਡੀ ਸਿੱਖ ਜਗਤ ਇਤਿਹਾਸਕ ਪ੍ਰੇਮੀ ਜਿਹੜੇ ਨੇ, ਸਾਡੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਪਤਾ ਲੱਗ ਸਕੇ ਕਿ ਜਿਹੜੀਆਂ ਸਿੱਖੀ ਦੀਆਂ ਨੀਹਾਂ ਨੇ ਉਹ ਕਿਸ ਤਰ੍ਹਾਂ ਸਿੰਘਾਂ ਨੇ ਆਪਣੇ ਸੀਸ ਭੇਟ ਕਰਕੇ ਇਹਨਾਂ ਨੀਹਾਂ ਨੂੰ ਜਿਹੜਾ ਸਿੰਜਿਆ ਮਜ਼ਬੂਤ ਕੀਤਾ। ਸੋ ਇਹ ਜਿਹੜੇ ਸਾਡੇ ਸਰੋਤ ਔਰ ਜੋ ਵੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੀ ਉਹਦੇ ਜ਼ਰੀਏ ਅਸੀਂ ਜਿਹੜਾ ਵਾ ਇਸ ਸ਼ਹੀਦ ਨੂੰ ਆਪ ਦੇ ਸਨਮੁਖ ਨਸ਼ਰ ਕੀਤਾ। ਸੋ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ